ਕਰਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲਾਇਰਸ ਨੂੰ ਕਾਲ ਕਰੋ 416 655 2000। ਸੈਵਨ 70 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ auto, home, life, trucking fleets and non-fleets, disability, group benefits, ਕਿੱਦਾਂ ਦੀ ਵੀ ਕਵਰੇਜ ਲਵੋ। ਆਰਮਰ ਚੇਤੇ ਰੱਖੋ, ਆਰਮਰ ਇੰਸ਼ੋਰੈਂਸ is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905452 5127 905 452 51। सजन रे झूठ मत बोलो, खुदा के पास जाना है। न हाथी है न घोड़ा है, वहाँ पैदल ही जाना है। सजन रे झूठ मत बोलो, खुदा के पास जाना है। न हाथी है न घोड़ा है, वहाँ पैदल ही जाना है। सजन रे झूठ मत बोलो। तुम्हारे महल चौबारे यहीं रह जाएंगे सारे। तुम्हारे महल चौबारे यहीं रह जाएंगे सारे। अकड़ किस बात की प्यारे, अकड़ किस बात की प्यारे, ये सर फिर भी झुकाना है। सजन रे झूठ मत बोलो, खुदा के पास। ਰੇਡੀਓ ਜ਼ਿੰਦਾਬਾਦ ਤੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਿੱਘਾ ਜੀ ਆਇਆਂ। ਔਰ ਅੱਜ ਵੀ ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ 1 ਤੋਂ 2 ਇੱਕ ਐਸਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਕਰੰਟ ਅਫੇਅਰਸ, ਤਾਜ਼ਾ ਖਬਰਾਂ, ਤਾਜ਼ਾ ਇਸ਼ੂਜ਼, ਇੰਟਰਨੈਸ਼ਨਲ ਖਾਸ ਤੌਰ 'ਤੇ ਇੰਡੋ ਕੈਨੇਡੀਅਨ ਦੇ ਔਰ ਖਾਸ ਉਸ ਇਸ਼ੂਜ਼ ਦੇ ਨਾਲ ਜੋ ਅੱਜ ਚਰਚਾ ਦੇ ਵਿੱਚ ਨੇ। ਔਰ ਅੱਜ ਦੇ ਦਿਨ 'ਚ ਜਿੱਥੇ ਵੀ ਕੋਈ ਭਾਰਤੀ ਰਹਿੰਦਾ ਹੈ ਉਹਦੇ ਵਾਸਤੇ ਸ਼ਾਇਦ ਕਿਸਾਨ ਪ੍ਰੋਟੈਸਟ, ਕਿਸਾਨ ਮੋਰਚਾ, ਕਿਸਾਨ ਮਾਰਚ ਇਹਦੇ ਨਾਲੋਂ ਵੱਡਾ ਕੋਈ ਮੁੱਦਾ ਇਸ ਵੇਲੇ ਹੈ ਨਹੀਂ। ਸੋ ਅੱਜ ਅਸੀਂ ਗੱਲ ਕਰਾਂਗੇ ਤੁਹਾਡੇ ਸਾਰਿਆਂ ਦੇ ਨਾਲ ਕਿਸਾਨ ਮਾਰਚ 26 ਜਨਵਰੀ। ਜੈ ਜਵਾਨ ਜੈ ਕਿਸਾਨ ਲਾਲ ਬਹਾਦਰ ਸ਼ਾਸਤਰੀ ਦਾ ਦਿੱਤਾ ਹੋਇਆ ਨਾਰਾ ਸ਼ਾਇਦ ਪਹਿਲੀ ਵਾਰ ਸਾਡੇ ਦਿੱਲੀ ਦੇ ਵਿੱਚ, ਨੈਸ਼ਨਲ ਕੈਪੀਟਲ ਦੇ ਵਿੱਚ ਪੂਰੀ ਦੁਨੀਆ ਦਾ ਮੀਡੀਆ, ਇੰਟਰਨੈਸ਼ਨਲ ਸਾਰੀ ਦੀ ਸਾਰੀ ਕਵਰੇਜ ਜਿਹੜੀ ਆ ਉਹ ਇਸ ਨਾਰੇ ਦੇ ਉੱਤੇ ਹੋਏਗੀ ਜਦੋਂ ਕਿ ਇੱਕ ਸਾਈਡ 'ਤੇ ਜਵਾਨ ਜਿਹੜੇ ਆ ਉਹ ਉੱਥੇ ਮਾਰਚ ਕਰਨਗੇ ਔਰ ਦੂਸਰੀ ਕਿਸਾਨ ਜਿਹੜੇ ਨੇ ਉਹ ਇੱਕ ਇਤਿਹਾਸਕ ਮਾਰਚ ਕਰਨ ਜਾ ਰਹੇ ਨੇ। ਅੱਜ ਗੱਲ ਕਰਾਂਗੇ ਕਿ ਇਹ 26 ਜਨਵਰੀ ਦਾ ਕਿਸਾਨ ਮਾਰਚ ਇਹ ਕਿਉਂ ਇਤਿਹਾਸਕ ਹੈ। ਗੱਲ ਕਰਾਂਗੇ ਕਿ ਇਸ ਕਿਸਾਨ ਮਾਰਚ ਨੇ ਕੀ ਸਾਨੂੰ ਇਸ ਵੇਲੇ ਸਿੱਖਿਆ ਦਿੱਤੀ ਹੈ, ਕਿਸਾਨ ਮਾਰਚ ਦੀ ਸਿਗਨੀਫੀਕੈਂਸ ਕੀ ਹੈ, ਇਹ ਕਿਉਂ ਇਹਦੀ ਲੋੜ ਪਈ
ਨਾਲ ਇੱਥੇ ਵੀ ਗੱਲ ਕਰਾਂਗੇ ਕਿ ਕਿਸਾਨ ਮਾਰਚ ਜਿਹੜਾ ਆ ਉਹਦੇ ਤੋਂ ਬਾਅਦ ਕੀ ਹੋਏਗਾ, ਕਿਉਂ ਕਿਸਾਨ ਮਾਰਚ ਇੱਕ ਏਡੀ ਵੱਡੀ ਸਿਚੁਏਸ਼ਨ ਦੇ ਵਿੱਚ ਖੜਾ ਹੋ ਗਿਆ ਜਿੱਥੇ ਕਿ ਸਰਕਾਰ ਜਿਹੜੀ ਆ ਉਹਨੇ ਹੁਣ ਤੱਕ ਪੂਰਾ ਜ਼ੋਰ ਲਾਇਆ ਕਿ ਇਹ ਨਾ ਹੋਏ, ਔਰ ਕਿਸਾਨ ਆਗੂ ਸਾਰੇ ਉਹ ਇਸ ਲੈਵਲ ਦੇ ਉੱਤੇ ਪਹੁੰਚ ਚੁੱਕੇ ਨੇ ਕਿ ਜਿੱਥੇ ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਟਰੈਕਟਰ, ਟਰਾਲੀਆਂ, ਹੋਰ ਕਿਸਾਨ ਜੁੜ ਚੁੱਕੇ ਨੇ ਇਸ ਕਿਸਾਨ ਮਾਰਚ ਨੂੰ ਇੱਕ ਸਕਸੈਸ ਬਣਾਉਣ ਵਾਸਤੇ। ਨਾਲ ਹੀ ਗੱਲ ਕਰਾਂਗੇ ਕਿ ਕੀ ਲੱਗਦਾ ਕਿ 2 ਮਹੀਨੇ ਤੋਂ ਜੋ ਇੱਕ ਐਸਾ ਮੀਡੀਆ ਜਿਹਨੇ ਝੂਠ ਦੀ ਬੇਹੱਦ ਐਗਜ਼ੈਂਪਲਾਂ ਪਾਰ ਕਰ ਦਿੱਤੀਆਂ, ਹਰ ਚੀਜ਼ ਵਿੱਚ ਝੂਠ, ਹਰ ਚੀਜ਼ ਵਿੱਚ ਇੱਕ ਗਲਤ ਇਨਫੋਰਮੇਸ਼ਨ, ਬਹੁਤ ਸਾਰਾ ਐਸਾ ਨੈਗੇਟਿਵ ਰੋਲ ਜਿਹੜਾ ਉਹਨਾਂ ਨਿਭਾਇਆ। 2 ਮਹੀਨੇ ਦੀ ਉਸ ਮੀਡੀਆ ਦੀ ਮਿਹਨਤ ਜਿਹਦੇ ਵਿੱਚ ਕਿਸਾਨਾਂ ਨੂੰ ਸਿੱਖ ਦੇ ਨਾਲ, ਖਾਲਿਸਤਾਨ ਦੇ ਨਾਲ, ਆਤੰਕਵਾਦੀ ਦੇ ਨਾਲ, ਪਾਕਿਸਤਾਨ ਦੇ ਨਾਲ, ISI ਦੇ ਨਾਲ, ਉਹਦੇ ਬਾਅਦ ਸਿਰਫ ਪੰਜਾਬ ਦੇ ਕਿਸਾਨ, ਪੰਜਾਬ ਔਰ ਹਰਿਆਣੇ ਦੇ ਕੇਵਲ ਕਿਸਾਨ, ਸਿਰਫ ਨਾਰਥ ਇੰਡੀਆ ਦੇ ਕਿਸਾਨ, ਫੋਰਨ ਏਡ, ਹਰ ਤਰ੍ਹਾਂ ਦੀ ਐਸੀ ਤੋਮਤ ਜਿਹੜੀ ਹੈ, ਔਰ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਮੀਡੀਆ ਨੇ ਜੋ 2 ਮਹੀਨੇ ਤੋਂ ਪੂਰਾ ਐਸਾ ਰੋਲ ਨਿਭਾਇਆ, 26 ਜਨਵਰੀ ਨੂੰ ਕਿਸਾਨ ਮਾਰਚ ਜਿਹੜਾ ਹੈ ਉਹ ਉਹਨਾਂ ਸਾਰੇ ਹੀ ਸਵਾਲਾਂ ਦਾ ਐਗਜ਼ੈਂਪਲਰੀ ਆਨਸਰ ਦੇਗਾ। ਕੀ ਸਾਨੂੰ ਲੱਗਦਾ ਹੈ ਕਿ ਉਹ ਨੈਗੇਟਿਵ ਮੀਡੀਆ, ਉਹ ਮੀਡੀਆ ਜਾਂ ਜਿਹੜੀ ਸਰਕਾਰ ਲਗਾਤਾਰ ਐਸੇ ਪੈਂਤੜੇ ਵਰਤਦੀ ਰਹੀ ਹੈ ਕਿ ਇਹ ਕਿਸਾਨ ਮੋਰਚਾ ਜਿਹੜਾ ਆ ਇਹਨੂੰ ਫੇਲ ਕੀਤਾ ਜਾਏ, ਐਸੇ ਪ੍ਰੈਸ਼ਰ ਚਾਹੇ ਉਹ NIA ਦੇ ਥਰੂ ਹੋਣ, ਚਾਹੇ ਉਹ ਇਨਕਮ ਟੈਕਸ ਦੇ ਦੁਆਰਾ ਹੋਣ, ਹਰ ਤਰ੍ਹਾਂ ਦਾ ਐਸੀ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਹੈ ਕਿ ਕਿਸਾਨ ਮਾਰਚ ਜਿਹੜਾ ਆ ਉਹਨੂੰ ਕਾਮਯਾਬ ਹੋਣ ਦਿੱਤਾ ਜਾਏਗਾ। ਕੌਣ ਐਸੇ ਲੋਕ ਨੇ ਜੋ ਕਿਸਾਨ ਮਾਰਚ ਨੂੰ ਕਾਮਯਾਬ ਨਹੀਂ ਹੋਣ ਦੇਣਗੇ, ਔਰ ਹੁਣ ਤੱਕ ਕਿਹੜੇ-ਕਿਹੜੇ ਐਸੇ ਐਕਸ਼ਨ ਹੋ ਚੁੱਕੇ ਨੇ, ਕਿਹੜੇ-ਕਿਹੜੇ ਐਸੀਆਂ ਤਿਆਰੀਆਂ ਸਾਹਮਣੇ ਆਈਆਂ ਨੇ ਜੋ ਇਹ ਦਰਸਾਉਂਦੀਆਂ ਨੇ ਕਿ ਸ਼ਾਇਦ ਬਹੁਤ ਸਾਰੇ ਐਸੀਆਂ ਏਜੰਸੀਜ਼ ਨੇ ਜਿਨ੍ਹਾਂ ਨੂੰ ਕਿਸਾਨ ਮਾਰਚ ਦਾ ਸਕਸੈਸ ਜਿਹੜੀ ਹੈ ਉਹ ਸੂਟ ਨਹੀਂ ਕਰਦੀ। ਔਰ ਅਗਰ ਕਿਸਾਨ ਮਾਰਚ ਸਕਸੈਸਫੁਲ ਹੁੰਦਾ ਹੈ ਤੇ 26 ਜਨਵਰੀ ਤੋਂ ਬਾਅਦ ਕੀ ਹੋਏਗਾ? ਕੀ ਕਿਸਾਨ ਮਾਰਚ ਕਿਸੇ ਵੀ ਤਰ੍ਹਾਂ ਕਿਸਾਨ ਮੋਰਚੇ ਦੀ ਕਾਮਯਾਬੀ ਦਾ ਸੰਕੇਤ ਹੈ? ਕੀ ਉਹਦੇ ਬਾਅਦ ਜੋ ਕਿਸਾਨਾਂ ਦੀ ਮੇਜਰ ਮੰਗ ਨੇ ਕਿ 3 ਕਾਨੂੰਨ ਜਿਹੜੇ ਆ ਉਹ ਰਿਪੀਲ ਕੀਤੇ ਜਾਣ, ਵਾਪਸ ਲਏ ਜਾਣ, MSP ਨੂੰ ਇੱਕ ਲਾਅ ਬਣਾਇਆ ਜਾਏ, ਕੀ ਇਹਦੇ ਉੱਤੇ ਸਰਕਾਰ ਵਾਕਿਆ ਕੋਈ ਐਕਸ਼ਨ ਲਏਗੀ? ਇਹ ਸਾਰੀਆਂ ਗੱਲਾਂ ਜਿਹੜੀਆਂ ਕਰਨ ਤੁਹਾਡੇ ਨਾਲ ਅੱਜ ਜੁੜੇ ਆ। ਤੁਸੀਂ ਆਪਣੀ ਵਿਚਾਰ ਦੇਣਾ ਚਾਹੋ ਤੇ ਸਾਡੇ ਸਟੂਡੀਓ ਦਾ ਨੰਬਰ ਤੇ ਕਾਲ ਕਰੋ 416 620 1778 4166201778। ਕੋਸ਼ਿਸ਼ ਕੀਤੀ ਜਾਏਗੀ ਕਿ ਤੁਹਾਡੀਆਂ ਸਾਰੀਆਂ ਦੀ ਸਾਰੀਆਂ ਕਾਲ ਜਿਹੜੀਆਂ ਨੇ ਸਮੇਂ ਨੂੰ ਮੱਦੇ ਰੱਖਦੇ ਉਹ ਲਈਆਂ ਜਾਣ, ਉਹ ਤੁਹਾਡੇ ਵਿਚਾਰ ਜਿਹੜੇ ਆ ਸਾਰੇ ਸੁਣਨ ਵਾਲਿਆਂ ਨੇ ਸ਼ੇਅਰ ਕੀਤੇ ਜਾਣ। ਅੱਜ ਦੇ ਦਿਨ ਤੱਕ 150 ਤੋਂ ਉੱਪਰ ਸ਼ਹੀਦੀਆਂ ਜਿਹੜੀਆਂ ਨੇ ਹੋ ਚੁੱਕੀਆਂ ਨੇ। ਅੱਜ 60 ਦਿਨ ਤੱਕ ਜਿਹੜੇ ਆ ਉਹ ਕਿਸਾਨ ਮੋਰਚੇ ਦੇ ਪੂਰੇ ਹੋਣ ਵਾਲੇ ਨੇ। 11 ਰਾਊਂਡ ਜਿਹੜੇ ਆ ਉਹ ਗੱਲਬਾਤ ਦੇ ਜਿਹੜੇ ਨੇ ਉਹ ਫੇਲ ਹੋ ਚੁੱਕੇ ਨੇ। ਤੀਸਰੇ ਰਾਊਂਡ ਦੇ ਵਿੱਚ ਹੀ ਕਿਸਾਨਾਂ ਨੇ ਬਹੁਤ ਕਲੀਅਰਲੀ ਇਹ ਸੰਕੇਤ ਔਰ ਇਹ ਚੀਜ਼ ਜਿਹੜੀ ਆ ਸਰਕਾਰ ਨੂੰ ਦੱਸਤੀ ਕਿ ਅਸੀਂ ਕਿਸੇ ਵੀ ਹੋਰ ਚੀਜ਼ ਉੱਤੇ ਗੱਲਬਾਤ ਕਰਨ ਨੂੰ ਰੈਡੀ ਨਹੀਂ ਹੈ। ਅਸੀਂ ਕੋਈ ਵੀ ਚੀਜ਼ 3 ਕਾਨੂੰਨ ਰਿਪੀਲ, MSP ਲਾਅ ਬਣਨਾ, ਸਵਾਮੀਨਾਥਨ ਰਿਪੋਰਟ ਦੀ ਲਾਗੂ ਲਾਉਣਾ, ਇਹ ਸਾਡੀਆਂ ਚੀਜ਼ ਮੰਗਾਂ ਨੇ। ਔਰ ਇਹਦੇ ਮੰਗਾਂ ਤੋਂ ਬਿਨਾਂ ਅਸੀਂ ਕਿਸੇ ਵੀ ਅਮੈਂਡਮੈਂਟ, ਕਿਸੇ ਵੀ ਐਸੀ ਕੋਈ ਵੀ ਇਹਦੇ ਤੋਂ ਘੱਟ ਜੋ ਚੀਜ਼ ਹੈ ਉਹਨੂੰ ਅਸੀਂ ਐਕਸੈਪਟ ਨਹੀਂ ਕਰਾਂਗੇ। ਉਹਦੇ ਬਾਵਜੂਦ ਵੀ 11 ਵਾਰੀ ਇਨਵੀਟੇਸ਼ਨ ਆਏ ਨੇ ਸਰਕਾਰ ਵੱਲੋਂ, ਔਰ ਹਰ ਵਾਰੀ ਕਿਸਾਨ ਜਿਹੜੇ ਨੇ ਉਹ ਉਹਨਾਂ ਇਨਵੀਟੇਸ਼ਨਸ ਨੂੰ ਐਕਸੈਪਟ ਕਰਦੇ ਰਹੇ ਨੇ ਔਰ ਜਾ ਕੇ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਗੱਲਬਾਤ ਕਰਦੇ ਰਹੇ ਨੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ 26 ਜਨਵਰੀ ਦੀ ਇਹ ਕਿਸਾਨ ਮਾਰਚ ਜਿਹੜਾ ਆ, ਕੀ ਇਹ ਸਿਰਫ ਸਰਕਾਰ ਲਈ ਹੀ ਇੱਕ ਐਸਾ ਸੰਕੇਤ ਹੈ? ਕੀ ਇਹ ਬਾਹਰ ਰਹਿਣ ਵਾਲੇ ਭਾਰਤੀ ਮੂਲ ਦੇ ਜਿਹੜੇ ਲੋਕ ਨੇ, ਚਾਹੇ ਉਹ ਇੰਡੋ ਕੈਨੇਡੀਅਨਸ ਨੇ, ਖਾਸ ਤੌਰ 'ਤੇ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਜਾਂ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਹੋਏ, ਕੀ ਉਹਨਾਂ ਨੂੰ ਵੀ 26 ਜਨਵਰੀ ਦੀ ਕੋਈ ਮਹੱਤਤਾ, 26 ਜਨਵਰੀ ਦੀ ਇਹ ਕਿਸਾਨ ਮਾਰਚ ਦਾ ਕੋਈ ਅਸਰ ਹੋਏਗਾ?
ਕਿ ਉਹਨਾਂ ਏਜੰਸੀ ਦੇ ਉੱਤੇ ਵੀ 26 ਜਨਵਰੀ ਦੀ ਕਿਸਾਨ ਮਾਰਚ ਦਾ ਅਸਰ ਹੋਏਗਾ, ਜੋ ਸ਼ਾਇਦ ਪਿਛਲੇ 2 ਮਹੀਨੇ ਐਸੀ ਕੋਸ਼ਿਸ਼ ਕਰਦੀਆਂ ਰਹੀਆਂ ਨੇ ਜਿਹਦੇ ਵਿੱਚ ਉਹ ਆਪਣਾ ਫਾਇਦਾ ਲੈ ਸਕੇ। ਜੇ ਅਸੀਂ ਗੌਰ ਨਾਲ ਵੇਖਦੇ ਹਾਂ ਦੋਸਤੋ, ਤੇ ਕਿਸਾਨ ਮੋਰਚੇ ਦਾ ਬਹੁਤ ਸਾਰੇ ਲੋਕਾਂ ਨੇ ਫਾਇਦਾ ਵੀ ਲਿਆ। ਬਹੁਤ ਸਾਰੇ ਲੋਕਾਂ ਨੇ ਐਸੇ ਗੀਤ ਵੀ ਬਣਾਏ, ਭੜਕਾਊ ਗੀਤ ਵੀ ਬਣਾਏ ਨੇ, ਦਿੱਲੀ ਬਾਰੇ ਹਮਲੇ, ਬਦਲੇ, ਇਹ ਸ਼ਬਦ ਯੂਜ਼ ਕਰਕੇ ਬਹੁਤ ਸਾਰੇ ਲੱਖਾਂ ਹੀ ਰੁਪਇਆ ਜਿਹੜਾ ਆ ਉਹ ਗੀਤਕਾਰਾਂ ਨੇ ਬਣਾ ਲਏ, ਸਿੰਗਰਸ ਨੇ ਬਣਾ ਲਏ। ਸ਼ੁਰੂ ਦੇ ਵਿੱਚ ਨਾਲ ਆ ਕੇ ਬੈਠ ਕੇ ਆਪਣੇ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਆਪਣੀ ਪੋਪੂਲੈਰਿਟੀ ਵਧਾ ਲਈ। ਮਗਰ ਜਿਉਂ-ਜਿਉਂ ਸਰਕਾਰ ਦਾ ਦਬਾਅ ਵਧਿਆ, ਕੁਛ ਨੋਟਿਸਸ ਆਉਣੇ ਸ਼ੁਰੂ ਹੋਏ, ਨਾਲ ਹੀ ਜਿਵੇਂ ਇਹ ਕਨਫਰਮ ਹੋ ਗਿਆ ਕਿ ਇਹ ਕਿਸਾਨ ਮਾਰਚ ਦੇ ਵਿੱਚ, ਕਿਸਾਨ ਮੋਰਚੇ ਦੇ ਵਿੱਚ ਕਿਸੇ ਵੀ ਪੋਲੀਟੀਕਲ ਰੰਗ ਦਾ ਕੋਈ ਵੈਲਿਊ ਨਹੀਂ ਹੈ, ਕਿਤੇ ਵੀ ਐਸੀ ਚੀਜ਼ ਦੀ ਵੈਲਿਊ ਨਹੀਂ ਹੈ ਜਿਹੜੀ ਕਿ ਵੱਖਵਾਦ ਨੂੰ ਸ਼ੋਅ ਕਰਦੀ ਹੋਏ, ਕਿਸੇ ਖਾਲਿਸਤਾਨੀ ਮੂਵਮੈਂਟ ਦੀ ਕੋਈ ਵੈਲਿਊ ਨਹੀਂ ਹੈ, ਔਰ ਕਿਸੇ ਵੀ ਭੜਕਾਓ ਭਾਸ਼ਣ ਦੀ ਵੈਲਿਊ ਨਹੀਂ ਹੈ। ਉੱਥੇ ਅਗਰ ਵੈਲਿਊ ਹੈ ਤੇ ਡਿਸਿਪਲਿਨ ਦੀ ਵੈਲਿਊ ਹੈ, ਉੱਥੇ ਅਗਰ ਵੈਲਿਊ ਹੈ ਤੇ ਪੀਸਫੁਲ ਪ੍ਰੋਟੈਸਟ ਦੀ ਵੈਲਿਊ ਹੈ। ਸੋ ਬਹੁਤ ਸਾਰੇ ਲੋਕ, ਜਦੋਂ ਤੁਸੀਂ ਗੌਰ ਨਾਲ ਵੇਖਦੇ ਹੋ ਤੇ ਸੋਸ਼ਲ ਮੀਡੀਆ ਦੇ ਉੱਤੋਂ ਬੜੇ ਐਸੇ ਲੋਕ ਜਿਹੜੇ ਆ ਉਹ ਗਾਇਬ ਹੋ ਗਏ, ਜਿਹੜੇ ਕਿ ਸ਼ੁਰੂ ਦੇ ਵਿੱਚ ਬਹੁਤ ਗਰਮਜੋਸ਼ੀ ਦੇ ਨਾਲ, ਬੜੇ ਜੋਸ਼ ਦੇ ਨਾਲ ਕਿਸਾਨ ਮੋਰਚੇ ਦੇ ਨਾਲ ਜੁੜ ਰਹੇ ਸੀ। ਬਹੁਤ ਸਾਰੇ ਲੋਕ ਜਿਹੜੇ ਆ ਉਹ ਅੱਜ ਸਾਨੂੰ ਸ਼ਾਂਤ ਦਿਖਦੇ ਨੇ, ਸੋਸ਼ਲ ਮੀਡੀਆ ਤੋਂ ਗਾਇਬ ਵੀ ਦਿਖਦੇ ਨੇ। ਉਹ ਐਸੀਆਂ ਪੋਸਟਾਂ ਪਾਉਣੋਂ ਵੀ ਹਟ ਚੁੱਕੇ ਨੇ ਜਿਹੜੀਆਂ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਇਹ ਲੱਗੇ ਕਿ ਉਹਨਾਂ ਨੂੰ ਕੱਲ੍ਹ ਨੂੰ ਸਰਕਾਰ ਤੋਂ ਖਤਰਾ ਹੋ ਸਕਦਾ। ਤਾਂ ਕਿਸਾਨ ਮੋਰਚੇ ਨੇ ਬਹੁਤ ਸਾਰੀਆਂ ਅਸਲੀਅਤ ਜਿਹੜੀ ਆ ਉਹ ਸਾਡੇ ਸਾਹਮਣੇ ਲਿਆਂਦੀ ਹੈ। ਬਹੁਤ ਸਾਰੀਆਂ ਰੈਲੀਆਂ ਜਿਹੜੀਆਂ ਨੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹੋਈਆਂ। ਉਹਦੇ ਵਿੱਚ ਐਸੇ ਕਈ ਤੰਤਰ ਜਿਹੜੇ ਆ, ਐਸੇ ਕਈ ਲੋਕ ਜਿਹੜੇ ਆ, ਐਸੇ ਕੋਈ ਅਨਸਰ ਵੀ ਜਿਹੜੇ ਆ ਉਹ ਸਾਹਮਣੇ ਆਏ, ਜਿਨ੍ਹਾਂ ਨੇ, ਚਾਹੇ ਉਹ ਇੰਡੀਅਨ ਕਾਉਂਸਲੇਟ ਸੀਗੇ, ਉਹਦੇ ਬਾਹਰ ਐਂਟੀ ਨੈਸ਼ਨਲ ਨਾਰੇ ਵੀ ਲਾਏ, ਬਹੁਤ ਸਾਰੀ ਐਸੀ ਚੀਜ਼ਾਂ ਵੀ ਕੀਤੀਆਂ ਨੇ। ਮਗਰ ਜਿਵੇਂ ਹੀ ਕਿਸਾਨ ਆਗੂਆਂ ਨੇ, ਕਿਸਾਨਾਂ ਨੇ ਆਪਣੀ ਆਵਾਜ਼ ਵਿੱਚ ਬਹੁਤ ਬੁਲੰਦੀ ਨਾਲ ਔਰ ਬੜੇ ਕਲੀਅਰਲੀ ਇਹ ਸੰਕੇਤ ਦਿੱਤੇ ਨੇ ਕਿ ਉਹ 26 ਜਨਵਰੀ ਦਾ ਮਾਰਚ ਜਿਹੜਾ ਆ ਉਹ ਤਿਰੰਗੇ ਝੰਡੇ ਦੇ ਨਾਲ ਕਰਨਗੇ। ਹਰ ਟਰੈਕਟਰ ਉੱਤੇ ਤਿਰੰਗਾ ਝੰਡਾ ਰਹੇਗਾ। ਕਿਸੇ ਮੋਨੂਮੈਂਟ, ਚਾਹੇ ਉਹ ਲਾਲ ਕਿਲ੍ਹਾ ਹੈ, ਚਾਹੇ ਉਹ ਪਾਰਲੀਮੈਂਟ ਹਾਊਸ ਹੋਏਗਾ, ਇਹ ਸਾਰੀਆਂ ਚੀਜ਼ਾਂ, ਇਹਨਾਂ ਦੇ ਇਹ ਸਮਾਰਕਾਂ ਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਿਘਨ ਨਹੀਂ ਕੀਤਾ ਜਾਏਗਾ, ਕੋਈ ਡੈਮੇਜ ਨਹੀਂ ਕੀਤਾ ਜਾਏਗਾ, ਕੋਈ ਵਾਇਲੈਂਸ ਲਈ ਥਾਂ ਨਹੀਂ ਹੋਏਗੀ। ਉਹਨਾਂ ਨੇ ਇਹ ਵੀ ਆਦੇਸ਼ ਦਿੱਤੇ ਨੇ ਕਿ ਟਰੈਕਟਰਾਂ ਦੇ ਉੱਤੇ ਕੋਈ ਵੀ ਉੱਚੀ ਮਿਊਜ਼ਿਕ ਜਾਂ ਕੋਈ ਵੀ ਸਾਊਂਡ ਬਾਜ਼, ਐਸੀਆਂ ਚੀਜ਼ਾਂ ਕੋਈ ਨਹੀਂ ਲਾਏਗਾ। ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ, ਸੁਲਝੇ ਹੋਏ ਤਰੀਕੇ ਦੇ ਨਾਲ, ਸਿਵਲਾਈਜ਼ ਤਰੀਕੇ ਦੇ ਨਾਲ ਔਰ ਨੈਸ਼ਨਲ ਫਲੈਗ, ਤਿਰੰਗੇ ਝੰਡੇ ਦੀ ਇੱਜ਼ਤ ਕਰਦਿਆਂ ਜੋ ਹੈ ਉਹ ਮਾਰਚ ਕੀਤਾ ਜਾਏਗਾ। ਬਹੁਤ ਵਧੀਆ ਤਰੀਕੇ ਦੀ ਵੋਲੰਟੀਅਰ ਟੀਮ ਬਣੀ ਹੈ। ਜਿਵੇਂ ਇਹ ਆਰਡਰਸ ਇਹ ਕਿਸਾਨ ਆਗੂਆਂ ਨੇ ਇਹ ਦਿੱਤੇ ਨੇ, ਵੇਖਣ ਨੂੰ ਆਇਆ ਕਿ ਬਹੁਤ ਸਾਰੇ ਐਸੇ ਲੋਕ ਜੋ ਇਸ ਮੋਰਚੇ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਸਨ, ਖਾਸ ਤੌਰ 'ਤੇ ਅਬਰੋਡ, ਬਾਹਰਲੇ ਦੇਸ਼ਾਂ ਦੇ ਵਿੱਚ ਕੁਛ ਲੋਕ, ਉਹ ਜਿਹੜੇ ਲੋਕ ਨੇ ਉਹ ਚੁੱਪ ਹੁੰਦੇ ਨਜ਼ਰ ਆ ਰਹੇ ਨੇ। ਸੋ 26 ਜਨਵਰੀ ਦਾ ਕਿਸਾਨ ਮਾਰਚ ਇੱਕ ਬਹੁਤ ਅਹਿਮ ਮਾਰਚ ਹੈ। ਇਹ ਸਿਰਫ ਭਾਰਤੀ ਗੌਰਮੈਂਟ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਨਹੀਂ ਹੈ, ਇਹਨੇ ਬਹੁਤ ਸਾਰੇ ਐਸੇ ਹੋਰ ਵੀ ਸੰਕੇਤ ਦਿੱਤੇ ਨੇ ਜਿਹਦੇ ਵਿੱਚ ਅਖੰਡਤਾ, ਜਿਹਦੇ 'ਚ ਨੈਸ਼ਨਲਿਜ਼ਮ, ਜਿਹਦੇ 'ਚ ਆਪਣੇ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਪ੍ਰੋਟੈਸਟ, ਇਹਨਾਂ ਨੂੰ ਅਹਿਮੀਅਤ ਦਿੱਤੀ ਗਈ ਹੈ। ਔਰ ਸਾਨੂੰ ਇਹ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜੇ ਕਿਸਾਨ ਮਾਰਚ ਹੋਣ ਜਾ ਰਿਹਾ ਜਾਂ ਕਿਸਾਨ ਮੋਰਚੇ ਦੀ ਅੱਜ ਤੱਕ ਦੀ ਜਿਹੜੀ ਜਿੱਤ ਹੈ, ਉਹਦੇ ਸਿਰਫ 2 ਹੀ ਐਸੇ ਥੰਬ ਨੇ। ਔਰ ਪਹਿਲਾ ਥੰਬ ਉਹਦਾ ਹੈ ਡਿਸਿਪਲਿਨ, ਅਨੁਸ਼ਾਸਨ, ਤੇ ਦੂਸਰਾ ਥੰਬ ਉਹਦਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ
ਅੱਜ ਤੱਕ ਮਾਰਚ ਹੋਇਆ, ਅੱਜ ਤੱਕ ਮੋਰਚਾ ਚੱਲਿਆ, ਇਹ ਸਾਰਾ ਕੁਝ ਜਿਹੜਾ ਹੈ ਇਹਦੀ ਤਾਕਤ ਹੈ। ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਹੈ, ਮੀਡੀਆ ਨੇ ਬਹੁਤ ਕੋਸ਼ਿਸ਼ ਕੀਤੀ ਹੈ, ਔਰ ਬਹੁਤ ਸਾਰੇ ਹੋਰ ਏਜੰਸੀਜ਼ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇਸ ਕਿਸਾਨ ਮੋਰਚੇ ਨੂੰ ਬੜੇ ਰੰਗ ਜਿਹੜੇ ਆ ਉਹ ਦਿੱਤੇ ਜਾਣ, ਵੱਖਵਾਦ ਦਾ ਰੰਗ ਦਿੱਤਾ ਜਾਏ, ਧਰਮ ਦਾ ਰੰਗ ਦੇ ਦਿੱਤਾ ਜਾਏ। ਮਗਰ ਸਲਾਮ ਹੈ, ਸਲੂਟ ਹੈ ਉਹਨਾਂ ਆਗੂਆਂ ਨੂੰ ਜੋ ਕਿਸਾਨ ਪ੍ਰੋਟੈਸਟ ਜਿਹੜਾ ਚਲਾ ਰਹੇ ਨੇ, ਜਿਨ੍ਹਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਿਕਾਰਿਆ। ਔਰ ਅਗਰ ਉਹਨਾਂ ਨੇ ਕਿਸੇ ਵੀ ਚੀਜ਼ ਦੀ ਇੰਪੋਰਟੈਂਸ ਰੱਖੀ ਹੈ ਤੇ ਉਹ ਇਹ ਰੱਖੀ ਹੈ ਕਿ ਵਾਇਲੈਂਸ, ਭੜਕਾਊ ਭਾਸ਼ਣਾਂ ਦੀ ਜਾਂ ਐਸੇ ਵਾਇਲੈਂਟ ਕਿਸੇ ਵੀ ਐਕਸ਼ਨ ਦੀ ਉੱਥੇ ਕੋਈ ਜਗ੍ਹਾ ਨਹੀਂ। ਸਭ ਤੋਂ ਵੱਡੀ ਤਾਕਤ ਜਿਹੜੀ ਹੈ ਉਹ ਇਸ ਮੋਰਚੇ ਦੀ ਕੇਵਲ ਇੱਕ ਹੀ ਹੈ ਕਿ ਇਹ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਸ਼ਾਂਤਮਈ ਤਰੀਕੇ ਦੇ ਨਾਲ, ਡਿਸਪਲਿਨ 'ਚ ਰਹਿ ਕੇ ਇਹ ਕਿਸਾਨ ਮੋਰਚਾ ਅੱਜ ਇਸ ਲੈਵਲ ਤੇ ਆ ਚੁੱਕਿਆ ਹੈ ਕਿ ਜਿੱਥੇ ਹਰ ਕੋਸ਼ਿਸ਼ ਦੇ ਬਾਵਜੂਦ, ਚਾਹੇ ਦਿੱਲੀ ਪੁਲਿਸ ਨੇ ਕੀਤੀ ਹੋਏ, ਸੁਪਰੀਮ ਕੋਰਟ ਦੇ ਵਿੱਚ ਅਰਜੀ ਦਰਜ ਕਰਕੇ ਕਿ ਇਹਨੂੰ ਰੋਕਿਆ ਜਾਏ, ਚਾਹੇ ਸਰਕਾਰ ਨੇ ਕੀਤੀ ਹੋਏ, ਚਾਹੇ ਮੀਡੀਆ ਨੇ ਕੀਤੀ ਹੋਏ, ਅੱਜ ਉਹ ਦਿਨ ਆ ਚੁੱਕਿਆ ਹੈ ਕਿ ਜਦੋਂ ਗਵਰਨਮੈਂਟ ਵੱਲੋਂ, ਦਿੱਲੀ ਪੁਲਿਸ ਵੱਲੋਂ ਔਰ ਹਰ ਸਰਕਾਰੀ ਏਜੰਸੀ ਵੱਲੋਂ ਕਿਸਾਨ ਮਾਰਚ ਜਿਹੜਾ ਹੈ ਉਹਨੂੰ ਇਜਾਜ਼ਤ ਹੈ। ਕਿਸਾਨ ਮਾਰਚ 26 ਜਨਵਰੀ ਨੂੰ ਹੋਣ ਜਾ ਰਿਹਾ ਹੈ। ਅੱਜ ਤੱਕ ਤਕਰੀਬਨ 3 ਲੱਖ ਟਰੈਕਟਰ ਜਿਹੜੇ ਨੇ ਉਹ ਸ਼ਾਮਿਲ ਹੋਣ ਨੂੰ ਉੱਥੇ ਪਹੁੰਚ ਚੁੱਕੇ ਨੇ ਔਰ ਇੰਨੀ ਲੱਖਾਂ ਦੀ ਤਾਦਾਦ ਵਿੱਚ ਜਿਹੜੇ ਕਿਸਾਨ ਜਿਹੜੇ ਨੇ ਸਾਰੇ ਆਲ ਓਵਰ ਭਾਰਤ ਤੋਂ ਔਰ ਕੁਛ ਫੋਰਨ ਚੋਂ ਵੀ ਗਏ ਨੇ, ਚਾਹੇ ਉਹ ਉੜੀਸਾ ਦੇ ਕਿਸਾਨ ਹੋਣ ਜੋ ਪੈਦਲ ਜਿਹੜੇ ਦਿੱਲੀ ਪਹੁੰਚੇ ਨੇ, ਚਾਹੇ ਉਹ ਮਹਾਰਾਸ਼ਟਰ ਦੇ ਕਿਸਾਨ ਹੋਣ ਜਿਹੜੇ ਕਿ ਪੈਦਲ ਦਿੱਲੀ ਆਏ ਨੇ, ਚਾਹੇ ਉਹ ਯੂਪੀ ਦੇ ਕਿਸਾਨ ਹੋਣ, ਚਾਹੇ ਉਹ ਬਿਹਾਰ ਦੇ ਕਿਸਾਨ ਹੋਣ। ਇਹ ਹੁਣ ਸਾਰੇ ਹੀ ਦੇਸ਼ ਤੋਂ ਸਾਰੇ ਹੀ ਕਿਸਾਨ ਅਲੱਗ-ਅਲੱਗ ਧਰਮਾਂ ਤੋਂ, ਅਲੱਗ-ਅਲੱਗ ਵਰਗਾਂ ਤੋਂ ਜਿਹੜੇ ਆ ਕੇ ਉਹ ਇਸ ਕਿਸਾਨ ਮਾਰਚ 26 ਜਨਵਰੀ ਨੂੰ, ਜਿਹਦੇ ਉੱਤੇ ਸਾਰੀ ਦੁਨੀਆ ਦੀ ਨਿਗਾਹ ਹੈ ਔਰ ਅੱਜ ਦੇ ਦਿਨ 'ਚ ਜੋ ਅੰਕੜੇ ਦੱਸਦੇ ਨੇ 1000 ਤੋਂ ਉੱਪਰ ਇੰਟਰਨੈਸ਼ਨਲ ਮੀਡੀਆ ਜਿਹੜਾ ਆ ਉਹ ਇਸ ਕਿਸਾਨ ਮਾਰਚ ਨੂੰ ਕਵਰ ਕਰਨ ਲਈ ਪਹੁੰਚ ਚੁੱਕਿਆ ਔਰ ਇਹਦੀ ਕਾਮਯਾਬੀ ਵਾਸਤੇ ਹਰ ਉਹ ਕੋਸ਼ਿਸ਼ ਜਿਹੜੀ ਹੈ ਕਿਸਾਨ ਆਗੂ ਜਿਹੜੇ ਨੇ ਉਹ ਕਰ ਰਹੇ ਨੇ। ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਨੇ ਵਲੰਟੀਅਰਸ ਤਿਆਰ ਕੀਤੇ ਨੇ, ਵਲੰਟੀਅਰਸ ਦੀਆਂ ਟੀਮਾਂ ਤਿਆਰ ਕੀਤੀਆਂ ਨੇ ਔਰ ਸਾਨੂੰ ਇਹ ਬਹੁਤ ਵਧੀਆ ਇੱਕ ਐਗਜ਼ਾਮਪਲ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੈ। 26 ਜਨਵਰੀ ਦਾ ਮਾਰਚ ਜਿਹੜਾ ਆ ਉਹ ਕੇਵਲ ਇਸ ਲਈ ਇੰਪੋਰਟੈਂਟ ਨਹੀਂ ਹੈ ਕਿ ਦਿੱਲੀ ਦੇ ਵਿੱਚ, ਨੈਸ਼ਨਲ ਕੈਪੀਟਲ ਦੇ ਵਿੱਚ ਇੱਕ ਬਹੁਤ ਵੱਡਾ ਹਿਸਟੋਰੀਕਲ ਮਾਰਚ ਹੋਣ ਜਾ ਰਿਹਾ ਹੈ। ਦੋਸਤੋ, ਦੁਨੀਆ ਦੇ ਇਤਿਹਾਸ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਇੰਨਾ ਵੱਡਾ ਕੋਈ ਸ਼ਾਂਤਮਈ ਮਾਰਚ ਅੱਜ ਤੱਕ ਨਹੀਂ ਹੋਇਆ। ਅਸੀਂ ਇਹ ਨੋਟ ਕੀਤਾ ਕਿ ਬਲੈਕ ਲਾਈਫ ਮੈਟਰ ਅਮਰੀਕਾ ਦੇ ਵਿੱਚ ਚੱਲਿਆ, ਕਿੰਨੀਆਂ ਜਾਨਾਂ, ਕਿੰਨੀ ਵਾਇਲੈਂਸ, ਕਿੰਨੀ ਤਬਾਹੀ ਔਰ ਕਿੰਨੀ ਲੁੱਟ ਖਸੁੱਟ ਜਿਹੜੀ ਆ ਹੋਈ ਹੈ। ਔਰ ਤੁਸੀਂ ਇਮੈਜਿਨ ਕਰੋ ਕਿ ਉੱਥੇ ਬੈਠੇ ਉਹ ਕਿਸਾਨ ਜਿਨ੍ਹਾਂ ਨੂੰ ਸਰਕਾਰੀ ਮੀਡੀਆ ਨੇ, ਨੈਸ਼ਨਲ ਮੀਡੀਆ ਨੇ, ਸਰਕਾਰ ਨੇ ਇੱਥੋਂ ਤੱਕ ਅਨਪੜ੍ਹ, ਇੱਥੋਂ ਤੱਕ ਕਿ ਕਈ MPs ਨੇ ਉਹਨਾਂ ਨੂੰ ਇੱਥੋਂ ਤੱਕ ਵੀ ਕਿਹਾ ਕਿ ਇਹਨਾਂ ਨੂੰ ਸਮਝ ਨਹੀਂ ਹੈ ਕਿ ਇਹ ਕਾਨੂੰਨ ਦੇ ਵਿੱਚ ਇਹਨਾਂ ਦਾ ਫਾਇਦਾ ਕੀ ਹੈ। ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਅਨਪੜ੍ਹ ਵੀ ਕਿਹਾ, ਲਾਈ ਲੱਗ ਵੀ ਕਿਹਾ, ਕਾਮਰੇਡ ਵੀ ਕਿਹਾ। ਉਹਨਾਂ ਨੂੰ ਇੱਥੋਂ ਤੱਕ ਵੀ ਕਹਿਤਾ ਕਿ ਇਹ ਸਾਰੇ ਦਿਹਾੜੀ ਦੇ ਕੇ, ਪੈਸੇ ਦੇ ਕੇ ਲਿਆਂਦੇ ਹੋਏ ਲੋਕ ਨੇ। ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਕਿ ਉਹਨਾਂ ਨੇ ਜਿਹੜੇ ਕਿ ਅਮਰੀਕਾ ਵਰਗੇ ਪੜ੍ਹੇ ਲਿਖੇ ਦੇਸ਼ ਦੇ ਵਿੱਚ ਜਿਵੇਂ ਅਸੀਂ ਬਲੈਕ ਲਾਈਫ ਮੈਟਰ ਵਿੱਚ ਹੁੰਦਾ ਵੇਖਿਆ, ਉਹਨਾਂ ਨੇ ਅੱਜ ਤੱਕ ਕੋਈ ਕਿਸੇ ਦਾ ਬਲਬ, ਕਿਸੇ ਦੀ ਕੋਈ ਪੱਤਾ ਤੱਕ ਵੀ ਜਿਹੜਾ ਆ ਉਹਨੂੰ ਨਹੀਂ ਤੋੜਿਆ। ਔਰ ਜੋ ਵੀ ਉਹਨਾਂ ਦੇ ਨਾਲ ਹੋਇਆ, ਚਾਹੇ ਠੰਡੀਆਂ ਪਾਣੀ ਦੀਆਂ ਬੁਛਾੜਾਂ, ਵਾਟਰ ਕੈਨਨਸ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਹੋਏ, ਚਾਹੇ ਬੈਰੀਕੇਡਸ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ, ਚਾਹੇ ਲਾਠੀ ਚਾਰਜ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ, ਮਗਰ ਉਹ ਸਾਡੇ ਗੁਰੂਆਂ ਦੀ ਸਿਖਲਾਈ ਦੇ ਉੱਤੇ ਚੱਲਦੇ ਰਹੇ। ਔਰ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕਿ ਜਿਹੜੇ ਵੀ ਅੰਦੋਲਨ ਸੱਚ ਦੇ ਬੇਸ ਦੇ ਉੱਤੇ ਹੁੰਦੇ ਨੇ, ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਅੱਜ ਤੱਕ ਰੋਕ ਨਹੀਂ ਸਕੀ, ਕਿਉਂਕਿ ਉਹਦੇ ਨਾਲ ਕਿਤੇ ਨਾ ਕਿਤੇ ਉਹ ਅਕਾਲ ਪੁਰਖ ਦੀ ਮਿਹਰ ਵੀ ਜਿਹੜੀ ਆ ਉਹ ਸ਼ਾਮਿਲ ਹੁੰਦੀ ਹੈ। ਅੱਜ ਅਗਰ ਇਸ ਮਾਰਚ ਔਰ ਇਸ ਮੋਰਚੇ ਦੀ ਕਾਮਯਾਬੀ ਹੋਏਗੀ ਔਰ ਹੈ, ਉਹ
ਸਿਰਫ ਆਰਗੇਨਾਈਜ਼ਿੰਗ ਐਬਿਲਿਟੀ ਨਹੀਂ ਹੈ, ਉਹ ਕਿਸਾਨ ਲੀਡਰਾਂ ਦੀ ਸਿਰਫ ਬਦੌਲਤ ਨਹੀਂ ਹੈ, ਉਹਦੇ ਪਿੱਛੇ ਇੱਕ ਸੁਪਰੀਮ ਪਾਵਰ ਜਿਹੜੀ ਹੈ ਉਸ ਸੱਚ ਦੇ ਨਾਲ ਖੜੀ ਹੈ ਔਰ ਉਹੋ ਹੀ ਉਹਦੀ ਜਿੱਤ ਹੈ ਕਿ ਏਡੀ ਵੱਡੀਆਂ ਜੋ ਉਹਨਾਂ ਨੇ ਮੁਹਿੰਮ ਚੁੱਕੀ ਹੈ ਇੱਕ ਸਰਕਾਰ ਦੇ ਅਗੇਂਸਟ, ਇੱਕ ਸਰਕਾਰ ਦੇ ਪਾਸ ਕੀਤੇ ਹੋਏ ਬਿੱਲਾਂ ਦੇ ਅਗੇਂਸਟ, ਔਰ ਜਿਹੜਾ ਕਿ ਇਤਿਹਾਸ ਇਸ ਚੀਜ਼ ਨੂੰ ਆਉਣ ਵਾਲੇ ਹਜ਼ਾਰਾਂ ਸਾਲਾਂ 'ਚ ਕਿਤਾਬਾਂ ਦੇ ਵਿੱਚ ਲਿਖੇਗਾ, ਉਹ ਐਸਾ ਐਗਜ਼ੈਂਪਲ ਸ਼ਾਇਦ ਦੁਨੀਆ ਦੇ ਵਿੱਚ ਨਾ ਅਜੇ ਤੱਕ ਆਈ ਹੈ ਔਰ ਨਾ ਹੀ ਆਉਣ ਵਾਲੇ ਸਮੇਂ ਵਿੱਚ ਐਸੀ ਐਗਜ਼ੈਂਪਲ ਜਿਹੜੀ ਆ ਉਹ ਸੈੱਟ ਹੋਏਗੀ। ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਅਸੀਂ ਉਸ ਭਾਈਚਾਰੇ ਦੇ ਨਾਲ ਸੰਬੰਧਿਤ ਹਾਂ, ਅਸੀਂ ਉਸ ਥਾਂ ਨਾਲ ਸੰਬੰਧਿਤ ਹਾਂ ਜਿੱਥੇ ਇਹ ਮਾਰਚ, ਇਸ ਮੋਰਚੇ ਦੀ ਸ਼ੁਰੂਆਤ ਹੋਈ ਔਰ ਸਾਨੂੰ ਉਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਉਸ ਚੀਜ਼ ਦੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਅਗਰ ਉਸ ਮਾਰਚ ਨੂੰ ਸਕਸੈਸਫੁਲ ਵੇਖਣਾ ਹੈ, ਅਸੀਂ ਅਗਰ ਵਾਕਿਆ ਹੀ ਉਹਨਾਂ ਕਿਸਾਨਾਂ ਦੇ ਨਾਲ ਹਾਂ, ਅਸੀਂ ਵਾਕਿਆ ਹੀ ਅਗਰ ਉਹ 150 ਜਾਨਾਂ ਉੱਥੇ ਜੋ ਸ਼ਹੀਦ ਹੋ ਚੁੱਕੀਆਂ ਨੇ ਉਹਨਾਂ ਦੀ ਅਸਲੀ ਸ਼ਰਧਾਂਜਲੀ ਜਿਹੜੀ ਹੈ ਉਹ ਅਗਰ ਅਸੀਂ ਦੇਣਾ ਚਾਹੁੰਦੇ ਹਾਂ, ਤੇ ਸਾਨੂੰ ਵੀ ਉਵੇਂ ਹੀ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਹੈ, ਉਵੇਂ ਹੀ ਸਾਨੂੰ ਭੜਕਾਊ ਭਾਸ਼ਣਾਂ ਤੋਂ ਬਚਣਾ ਚਾਹੀਦਾ ਹੈ, ਭੜਕਾਊ ਗੀਤਾਂ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਭੜਕਾਊ ਗੀਤ, ਭੜਕਾਊ ਭਾਸ਼ਣ, ਬਦਲੇ, ਇਹ ਚੀਜ਼ਾਂ ਜਿਹੜੀਆਂ ਗਾਣਿਆਂ 'ਚ ਜਿਹੜੀਆਂ ਨੇ ਉਹ ਗਾਇਕਾਂ ਨੇ ਗਾ ਕੇ ਲੱਖਾਂ ਰੁਪਏ ਬਣਾ ਲਏ, ਇਸ ਮੋਰਚੇ ਦਾ ਫਾਇਦਾ ਲੈ ਕੇ ਉਹਨਾਂ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਕਿਸਾਨ ਮੋਰਚੇ ਦੇ ਉੱਤੋਂ ਜੋ ਆਦੇਸ਼ ਆ ਰਹੇ ਨੇ ਉਹਦੇ ਅਗੇਂਸਟ ਹੋਵਾਂਗੇ। ਅਸੀਂ ਅਗਰ ਰੈਲੀ ਕਰਨੀ ਹੈ, ਅਸੀਂ ਅਗਰ 26 ਜਨਵਰੀ ਵੀ ਰੈਲੀ ਕਰਨੀ ਹੈ, ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ, ਚਾਹੇ ਕੈਨੇਡਾ ਦੇ ਵਿੱਚ, UK ਦੇ ਵਿੱਚ, ਅਮਰੀਕਾ ਦੇ ਵਿੱਚ, ਜਿੱਥੇ ਵੀ ਅਸੀਂ ਐਸਾ ਕੋਈ ਮਾਰਚ ਕਰਨ ਚਾਹੀਏ, ਉਹ ਵੀ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ ਜਿਵੇਂ ਕਿ ਦਿੱਲੀ ਦੇ ਵਿੱਚ ਸਾਡੇ ਭਰਾ ਉਹ ਲੀਡਰ ਉੱਥੇ ਕਰਨ ਨੂੰ ਸਾਨੂੰ ਕਹਿ ਰਹੇ ਨੇ ਔਰ ਉਹ ਕਰਨਗੇ। ਇਸ ਕਰਕੇ ਉੱਥੇ ਜਿਹੜੀ ਨੈਸ਼ਨਲਿਜ਼ਮ ਐਗਜ਼ੈਂਪਲ ਦਿੱਤੀ ਜਾ ਰਹੀ ਹੈ, ਜੋ ਕਿ ਨੈਸ਼ਨਲਿਸਟ ਹੋਣ ਦੀ ਐਗਜ਼ੈਂਪਲ ਦਿੱਤੀ ਜਾ ਰਹੀ ਹੈ, ਉਹਦੀ ਕਦਰ ਕਰਨੀ ਚਾਹੀਦੀ ਹੈ। ਉੱਥੇ ਪੰਜਾਬ ਦੇ ਕਿਸਾਨ ਵੀ ਨੇ, ਹਰਿਆਣੇ ਦੇ ਕਿਸਾਨ ਵੀ ਨੇ, ਹਿੰਦੂ ਵੀ ਨੇ, ਸਿੱਖ ਵੀ ਨੇ, ਕ੍ਰਿਸਚਨ ਵੀ ਨੇ, ਮੁਸਲਮਾਨ ਕਿਸਾਨ ਵੀ ਨੇ। ਉਹ ਇੱਕ ਐਸੀ ਚੀਜ਼ ਐਗਜ਼ੈਂਪਲ ਸੈੱਟ ਹੋ ਗਈ ਹੈ, ਅੱਜ ਉਹ ਸਟੇਜ ਬਣ ਗਈ ਹੈ ਜੋ ਸ਼ਾਇਦ 1947 ਤੋਂ ਪਹਿਲਾਂ ਜਿਵੇਂ ਸਾਰੇ ਦੇ ਸਾਰੇ ਇਕੱਠੇ ਇੱਕ ਮੁੱਦੇ ਵਾਸਤੇ ਲੜਾਈ ਕਰਦੇ ਸੀਗੇ, ਇੱਕ ਮੁੱਦੇ ਤੇ ਇਕੱਠੇ ਹੁੰਦੇ ਸੀਗੇ, ਅੱਜ ਐਸੀ ਉਦਾਹਰਨ ਸੈੱਟ ਹੋ ਚੁੱਕੀ ਹੈ। ਸ਼ਾਇਦ ਇਹ ਉਦਾਹਰਨ ਬਹੁਤ ਸਾਰੇ ਸਾਡੇ ਕਈ ਐਸੇ ਸਾਥੀ ਨੇ ਜਿਨ੍ਹਾਂ ਨੂੰ ਪਸੰਦ ਨਾ ਆਏ, ਕਿਉਂਕਿ ਕਈ ਵਾਰ ਅਸੀਂ ਐਸੀਆਂ ਚੀਜ਼ਾਂ ਨੂੰ ਵੱਖਵਾਦ, ਐਸੀਆਂ ਚੀਜ਼ਾਂ ਨੂੰ ਐਂਟੀ ਨੈਸ਼ਨਲ, ਔਰ ਕਈ ਵਾਰ ਬਹੁਤ ਸਾਰੀਆਂ ਐਸੇ ਧਰਮਾਂ ਦੇ ਅਗੇਂਸਟ ਜਿਹੜੀ ਹੈ ਡਿਵੀਜ਼ਨ ਜਿਹੜੀ ਆ ਉਹਨੂੰ ਇਹਦਾ ਰੰਗ ਦਿੰਦੇ ਆ। ਮਗਰ ਕਿਸਾਨਾਂ ਨੇ ਇਸ ਮੋਰਚੇ ਦੇ ਵਿੱਚ ਇਹ ਸਾਬਤ ਕਰਤਾ ਕਿ ਉਹਨਾਂ ਨੂੰ ਨਾ ਤਾਂ SYL ਦੇ ਉੱਤੇ ਸਰਕਾਰ ਲੜਾ ਸਕੀ, ਨਾ ਉੱਥੇ ਹਿੰਦੂ ਔਰ ਸਿੱਖ ਦੇ ਨਾਂ 'ਤੇ ਉਹਨਾਂ ਨੂੰ ਲੜਾ ਸਕੀ, ਨਾ ਉਹਨਾਂ ਨੂੰ ਕਿਸੇ ਭਾਸ਼ਾ ਦੇ ਆਧਾਰ 'ਤੇ ਲੜਾ ਸਕੀ। ਇਸ ਕਰਕੇ ਸਾਨੂੰ ਵੀ ਇਹ ਸਿੱਖਣਾ ਚਾਹੀਦਾ ਹੈ ਕਿ ਅੱਜ ਜਿਵੇਂ ਉੱਥੇ ਸਾਡੇ ਸਾਰੇ ਭਰਾ ਭੈਣਾਂ ਸਾਰੇ ਧਰਮ ਭੁਲਾ ਕੇ ਇੱਕ ਮੁੱਦੇ ਦੇ ਉੱਤੇ ਆਪਣੇ ਹੱਕਾਂ ਦੇ ਉੱਤੇ ਲੜਨ ਵਾਸਤੇ ਇਕੱਠੇ ਹੋਏ ਨੇ, ਸਾਨੂੰ ਵੀ ਉਹਦੇ ਤੋਂ ਸਿੱਖਣਾ ਚਾਹੀਦਾ ਹੈ। ਔਰ 26 ਜਨਵਰੀ ਦੀ ਪਰੇਡ ਜਿਹੜੀ ਆ, 26 ਜਨਵਰੀ ਦਾ ਮਾਰਚ ਸਿਰਫ ਉਹ ਦਿੱਲੀ ਦੀ ਗੌਰਮੈਂਟ ਵਾਸਤੇ ਨਹੀਂ ਹੈ। 26 ਜਨਵਰੀ ਦਾ ਮਾਰਚ ਸ਼ਾਇਦ ਸਾਡੇ ਸਾਰੇ ਹੀ ਸੋਚ ਨੂੰ, ਬਾਹਰ ਬੈਠੇ ਲੋਕਾਂ ਦੀ ਵੀ ਸੋਚ ਨੂੰ ਜਿਹੜਾ ਆ ਉਹ ਇੱਕ ਐਗਜ਼ੈਂਪਲ ਸੈੱਟ ਕਰਦਾ ਹੈ ਕਿ ਅੱਜ ਅਗਰ ਉੱਥੇ ਸਾਰੀ ਹੀ ਏਜੰਸੀਆਂ ਜਿਹੜੀਆਂ ਉਹ ਗੋਡੇ ਟੇਕ ਚੁੱਕੀਆਂ ਨੇ, ਉਹਦੇ ਵਾਸਤੇ ਸਿਰਫ ਦੋ ਹੀ ਚੀਜ਼ਾਂ ਜ਼ਿੰਮੇਵਾਰ ਨੇ, ਉਹ ਇੱਕ ਹੈ ਡਿਸਿਪਲਿਨ ਔਰ ਦੂਜਾ ਹੈ ਸ਼ਾਂਤੀ। ਜੇਕਰ ਇਹ ਜਿਸ ਦਿਨ ਵੀ ਇਹ ਮੋਰਚਾ ਸ਼ਾਂਤੀ ਔਰ ਡਿਸਿਪਲਿਨ ਛੱਡ ਗਿਆ, ਉਸੇ ਦਿਨ ਇਸ ਮੋਰਚੇ ਦੀ ਹਾਰ ਹੋਏਗੀ। ਔਰ ਅਗਰ ਅਸੀਂ ਕਿਸੇ ਵੀ ਤਰ੍ਹਾਂ ਅਸੀਂ ਇਸ ਚੀਜ਼ ਨੂੰ ਸਾਥ ਦਿੰਦੇ ਹਾਂ, ਚਾਹੇ ਉਹ ਵੱਖਵਾਦ ਦਾ ਹੋਏ, ਚਾਹੇ ਉਹ ਧਰਮ ਦੇ ਨਾਂ ਦੇ ਉੱਤੇ ਕੋਈ ਗੱਲ ਅਸੀਂ ਕਰਦੇ ਹਾਂ, ਜਾਂ ਅਸੀਂ ਐਂਟੀ ਨੈਸ਼ਨਲ ਗੱਲ ਕਰਦੇ ਹਾਂ, ਤੇ ਅਸੀਂ ਕਿਸਾਨ ਮੋਰਚੇ ਦੇ ਅਗੇਂਸਟ ਕੰਮ ਕਰ ਰਹੇ ਹਾਂ। 26 ਜਨਵਰੀ ਨੂੰ 100 ਕਿਲੋਮੀਟਰ ਦੇ ਤਕਰੀਬਨ ਮਾਰਚ ਜਿਹੜਾ ਹੋਣਾ, ਉਹਦੀ ਬਹੁਤ ਵੱਡੀ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਮਹੱਤਤਾ ਹੈ।
ਇੰਡੀਅਨ ਗਵਰਨਮੈਂਟ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈ। ਔਰ ਲਾਸਟ ਜਿਹੜੀਆਂ ਮੀਟਿੰਗਸ ਹੋਈਆਂ ਨੇ ਉਹਦੇ ਵਿੱਚ ਬੜੇ ਕਲੀਅਰ ਸੰਕੇਤ ਜਿਹੜੇ ਆ ਗਵਰਨਮੈਂਟ ਨੇ ਦਿੱਤੇ ਨੇ, ਔਰ ਉਹ ਇਹ ਦਿੱਤੇ ਨੇ ਕਿ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਹੈ ਕਿਸਾਨ ਲੀਡਰਾਂ ਨੂੰ ਕਿ ਰਿਪੀਲ ਵਰਡ ਜਿਹੜਾ ਆ ਉਹਨੂੰ ਬਦਲੋ। ਬਹੁਤ ਵੱਡੀ ਜਿੱਤ ਜਿਹੜੀ ਹੈ ਕਿਸਾਨ ਮੋਰਚਾ ਆਲਰੇਡੀ ਲੈ ਚੁੱਕਿਆ ਹੈ। ਅੱਜ ਸਰਕਾਰ ਉਸ ਲੈਵਲ ਤੇ ਪਹੁੰਚ ਚੁੱਕੀ ਹੈ ਕਿ ਜਿੱਥੇ ਉਹ ਆਪ ਇਹਨਾਂ ਕਾਨੂੰਨਾਂ ਨੂੰ 2 ਸਾਲ ਡਿਲੇ ਕਰਨ ਨੂੰ ਰਾਜ਼ੀ ਹੈ। ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਏਡੀ ਵੱਡੀ ਈਗੋ ਜਿਹਦੇ ਨਾਲ ਏਡਾ ਵੱਡਾ ਧੱਕਾ ਜਿਹਦੇ ਨਾਲ ਇਹ ਕਾਨੂੰਨ ਜਿਹੜੇ ਆ ਆਰਡੀਨੈਂਸ ਦੇ ਥਰੂ ਐਮਰਜੈਂਸੀ ਵਾਂਗ ਆਰਡੀਨੈਂਸ ਪਾਸ ਕਰਕੇ ਵੌਇਸ ਵੋਟਿੰਗ ਵਿੱਚ ਰਾਜ ਸਭਾ ਦੇ ਵਿੱਚ ਪਾਸ ਕਰਾਏ ਗਏ, ਜਿਵੇਂ ਕਿ ਇੱਕ ਐਮਰਜੈਂਸੀ ਹੋਏ, ਉਹ ਕਾਨੂੰਨ ਅੱਜ ਸਰਕਾਰ ਆਪਣੇ ਮੂੰਹੋਂ 2 ਸਾਲ ਡਿਲੇ ਕਰਨ ਨੂੰ ਰਾਜੀ ਹੈ। ਸੋ ਇੱਥੇ ਹੀ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜੋ ਲਗਾਤਾਰ ਇਸ ਚੀਜ਼ ਦਾ ਪ੍ਰੋਪੇਗੈਂਡਾ ਕਰਦੇ ਰਹੇ ਨੇ ਕਿ ਇਹ ਕਾਨੂੰਨ ਜਿਹੜੇ ਆ ਸਹੀ ਹੈ, ਇਹਦੀ ਜ਼ਰੂਰਤ ਸੀਗੀ, ਇਸ ਕਰਕੇ ਇਹਨਾਂ ਨੂੰ ਫਟਾਫਟ ਲਾਗੂ ਕਰਨਾ ਚਾਹੀਦਾ ਹੈ, ਉਹਨਾਂ ਨੂੰ ਵੀ ਸ਼ਾਇਦ ਇਹ ਜਵਾਬ ਮਿਲ ਚੁੱਕਿਆ ਹੈ ਕਿ ਉਹੀ ਸਰਕਾਰ ਜਿਹਨੇ ਆਰਡੀਨੈਂਸ ਲਿਆ ਕੇ ਫਟਾਫਟ ਐਮਰਜੈਂਸੀ ਵਾਂਗ ਇਹ ਕਾਨੂੰਨ ਲਾਗੂ ਕੀਤੇ ਸੀ, ਉਹੀ ਹੀ ਸਰਕਾਰ ਅੱਜ ਇਹ ਮੰਨਦੀ ਹੈ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ 2 ਸਾਲ ਲਈ ਸੁਪਰੀਮ ਕੋਰਟ 'ਚ ਐਫੀਡੇਵਿਟ ਦੇ ਸਕਦੇ ਹਾਂ ਕਿ 2 ਸਾਲ ਅਸੀਂ ਇਹ ਕਾਨੂੰਨ ਜਿਹੜੇ ਆ ਡਿਲੇ ਕਰਾਂਗੇ। ਪਰ ਨਾਲ ਹੀ ਸਿਰਫ ਇੱਥੋਂ ਤੱਕ ਨਹੀਂ, ਉਹ ਇਹ ਵੀ ਕਹਿਣ ਨੂੰ ਰਾਜੀ ਹੈ ਕਿ 2 ਸਾਲ ਬਾਅਦ ਕਮੇਟੀ ਬਿਠਾਈ ਜਾਏਗੀ ਔਰ ਕਿਸਾਨ ਲੀਡਰ ਜਿਹੜੇ ਨੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕਮੇਟੀ ਜਿਹੜੀ ਆ ਉਹ ਬਣਾਈ ਜਾਏ ਜੋ ਕਿ ਪ੍ਰਪੋਜ਼ ਕਰੇ ਸੁਪਰੀਮ ਕੋਰਟ ਨੂੰ ਕਿ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਪਰਮਾਨੈਂਟਲੀ ਰੱਦ ਕਰਤਾ ਜਾਏ। ਦੋਸਤੋ, ਇਹ ਇੱਕ ਬਹੁਤ ਵੱਡੀ ਜਿੱਤ ਹੈ ਕਿਸਾਨ ਮੋਰਚੇ ਦੀ ਕਿ ਅੱਜ ਸਰਕਾਰ ਜਿਹੜੀ ਹੈ ਉਹ ਆਪਣੀ ਇੱਜ਼ਤ ਜਿਹੜੀ ਆ ਉਹਦੇ ਵਾਸਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਰਨ ਨੂੰ ਰਾਜੀ ਹੈ। ਸਾਨੂੰ ਇਹ ਬਿਲਕੁਲ ਮੰਨਣਾ ਚਾਹੀਦਾ ਹੈ ਕਿ ਜਿੰਨਾ ਔਰ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਇਹ ਕਾਨੂੰਨ ਲਿਆਂਦੇ, ਅੱਜ ਅਗਰ ਉਹ ਵਾਪਸ ਲੈਂਦੇ ਨੇ ਤੇ ਉਹਨਾਂ ਵਾਸਤੇ ਬਹੁਤ ਵੱਡੀ ਨਮੋਸ਼ੀ ਹੈ। ਮਗਰ ਉਹ ਕੇਵਲ ਇੱਕ ਹੀ ਤਰੀਕੇ ਨਾਲ ਅਗਰ ਸਰਕਾਰ ਜਿਹੜੀ ਆ ਆਪਣੀ ਫੇਸ ਸੇਵਿੰਗ ਕਰਦੀ ਹੈ, ਉਹ ਇਹ ਹੈ ਕਿ ਅਗਰ ਕਿਸਾਨ ਲੀਡਰ ਜਿਹੜੇ ਨੇ, ਕਿਸਾਨ ਜਿਹੜੇ ਨੇ ਉਹ ਮੰਨ ਜਾਣ ਕਿ ਠੀਕ ਹੈ ਅਸੀਂ ਤੁਹਾਡਾ ਇਹ ਚੀਜ਼ ਜਿਹੜੀ ਆ ਇਹਨੂੰ ਅਸੀਂ ਮੰਨਦੇ ਹਾਂ ਕਿ ਤੁਸੀਂ ਇਹਨੂੰ ਡਿਲੇ ਕਰੋਗੇ ਔਰ ਉਹਦੇ ਬਾਅਦ ਕੈਂਸਲ ਕਰੋਗੇ ਤਾਂ ਕਿ ਸਰਕਾਰ ਦੀ ਇੱਜ਼ਤ ਵੀ ਰਹਿ ਜਾਏ। ਮਗਰ ਅੱਜ ਦੇ ਦਿਨ 'ਚ ਕਿਸਾਨ ਲੀਡਰਾਂ ਨੇ, ਕਿਸਾਨਾਂ ਨੇ ਉਸ ਚੀਜ਼ ਤੋਂ ਵੀ ਇਨਕਾਰ ਕਰਤਾ। ਉਹਨਾਂ ਨੇ ਇਸ ਚੀਜ਼ ਤੋਂ ਵੀ ਮਨਾ ਕਰਤਾ ਔਰ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਹੈ ਕਿ ਅਸੀਂ ਰਿਪੀਲ ਵਰਡ ਨਹੀਂ ਕੱਢਾਂਗੇ। ਜਦ ਕਿ ਲਾਸਟ ਮੀਟਿੰਗ ਵਿੱਚ ਵੀ ਉਹਨਾਂ ਨੂੰ ਇਹ ਸੰਕੇਤ ਦਿੱਤੇ ਗਏ ਕਿ ਰਿਪੀਲ ਵਰਡ ਜਿਹੜਾ ਆ ਉਹਦੇ ਨਾਲ ਉਹਨਾਂ ਦੀ ਇਨਸਲਟ ਹੈ, ਸਰਕਾਰ ਦੀ ਇਸ ਚੀਜ਼ 'ਚ ਇਨਸਲਟ ਹੈ ਕਿ ਉਹ ਰਿਪੀਲ ਕਿਸਾਨਾਂ ਨੇ ਜਿਹੜਾ ਆ ਉਹਨਾਂ ਨੂੰ ਫੋਰਸ ਕੀਤਾ ਹੈ ਕਿ ਉਹ ਇਹਨਾਂ ਕਾਨੂੰਨਾਂ ਨੂੰ ਰਿਪੀਲ ਕਰਨ। ਇਸ ਕਰਕੇ ਅੱਜ ਤੱਕ ਬਹੁਤ ਵੱਡੀਆਂ ਜਿੱਤਾਂ ਜਿਹੜੀਆਂ ਨੇ ਕਿਸਾਨ ਮੋਰਚਾ ਉਹ ਲੈ ਚੁੱਕਿਆ। ਬਹੁਤ ਸਾਰੇ ਮੁਸ਼ਕਿਲਾਂ ਜਿਹੜੀਆਂ ਉੱਥੇ ਆਈਆਂ ਨੇ, ਚਾਹੇ ਉੱਥੇ ਸ਼ਹੀਦੀਆਂ ਹੋਈਆਂ ਨੇ, ਚਾਹੇ ਉੱਥੇ NIA ਦੇ ਨੋਟਿਸਿਸ ਗਏ ਨੇ ਬਹੁਤ ਸਾਰੇ ਕਿਸਾਨ ਲੀਡਰਸ ਨੂੰ, ਬਹੁਤ ਸਾਰੇ ਹੋਰ ਪੈਂਤੜੇ ਜਿਹੜੇ ਆ ਅਪਣਾਏ ਗਏ ਨੇ। ਮਗਰ ਅੱਜ ਦੇ ਦਿਨ 'ਚ ਕਿਸਾਨ ਮੋਰਚਾ ਬਹੁਤ ਵਧੀਆ ਜਿੱਤ ਵੱਲ ਜਾ ਰਿਹਾ ਔਰ ਸਾਡੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਹ ਜਿੱਤ ਦਾ ਸਿਰਫ ਸਿਰਾ 2 ਹੀ ਚੀਜ਼ਾਂ 'ਤੇ ਜਾਂਦਾ। ਇੱਕ ਕਿ ਇਹ ਡੈਮੋਕ੍ਰੈਟਿਕ ਤਰੀਕੇ ਨਾਲ ਹੋ ਰਿਹਾ, ਇੱਕ ਸ਼ਾਂਤਮਈ ਤਰੀਕੇ ਨਾਲ ਹੋ ਰਿਹਾ, ਔਰ ਦੂਸਰਾ ਇਹਦੇ ਵਿੱਚ ਅਨੁਸ਼ਾਸਨ ਹੈ, ਡਿਸਿਪਲਿਨ ਹੈ ਔਰ ਸਾਰਾ ਉੱਥੇ ਜੋ ਯੂਥ ਬੈਠਾ ਹੈ ਉਹਨੂੰ ਵੀ ਸ਼ਲਾਘਾ ਹੈ ਕਿ ਜੋ ਆਪਣੇ ਕਿਸਾਨ ਲੀਡਰਸ ਦੀ ਗੱਲ ਸੁਣ ਰਿਹਾ ਔਰ ਵਲੰਟੀਅਰ ਹੋ ਕੇ ਉੱਥੇ ਐਸੇ ਅਨਸਰਾਂ ਉੱਤੇ ਵੀ ਨਜ਼ਰ ਰੱਖ ਰਿਹਾ ਜੋ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਮੋਰਚੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਵਾਇਲੈਂਸ ਦਾ ਰੰਗ ਦੇ ਦਿੱਤਾ ਜਾਏ, ਉੱਥੇ ਕੋਈ ਨਾ ਕੋਈ ਭੜਕਾਹਟ ਜਿਹੜੀ ਹੈ ਪ੍ਰਵੋਕ ਕੀਤਾ ਜਾਏ, ਕਿਸੇ ਨਾ ਕਿਸੇ ਤਰੀਕੇ ਦੀ ਗੜਬੜ ਕੀਤੀ ਜਾਏ। ਔਰ ਸ਼ਾਇਦ ਤੁਸੀਂ ਸਾਰਿਆਂ ਨੇ ਉਹ ਵੀਡੀਓਜ਼ ਵੀ ਵੇਖੇ ਨੇ ਜਿੱਥੇ ਆਪ ਕਿਸੇ ਨੇ ਮੰਨਿਆ ਕਿ ਸਾਨੂੰ ਪੈਸੇ ਮਿਲੇ ਨੇ, ਸਾਨੂੰ ਕਿਹਾ ਗਿਆ
ਕਿ ਪੁਲਿਸ ਦੀ ਵਰਦੀਆਂ ਪਾ ਕੇ ਤੁਸੀਂ ਜਿਹੜਾ ਆ ਉੱਥੇ ਵਾਇਲੈਂਸ ਕਰਨੀ ਹੈ, ਤੁਸੀਂ ਲਾਠੀ ਚਾਰਜ ਕਰਨਾ ਹੈ। ਔਰ ਜਦੋਂ ਕਿਸਾਨ ਜਿਹੜੇ ਲੀਡਰਸ ਨੇ, ਕਿਸਾਨ ਮੋਰਚੇ ਦੇ ਆਰਗੇਨਾਈਜ਼ਰਸ ਨੇ, ਉਹ ਉਸੇ ਇੰਡੀਵਿਜੂਅਲ ਨੂੰ ਪੁਲਿਸ ਕੋ ਹਵਾਲੇ ਕਰਦੇ ਨੇ ਤਾਂ ਨਵੇਂ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਨੇ। ਨਵੇਂ ਬਿਆਨ ਇਹ ਆਉਂਦੇ ਨੇ ਕਿ ਕਿਸਾਨ ਮੋਰਚੇ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਜ਼ਬਰਦਸਤੀ ਜਿਹੜਾ ਆ ਉਹ ਉਸ ਇੰਡੀਵਿਜੂਅਲ ਤੋਂ ਇਹ ਚੀਜ਼ਾਂ ਸਾਰੀਆਂ ਖਵਾਈਆਂ ਨੇ। ਨਾਲ ਹੀ ਬਿਨਾਂ ਪਲੇਟ ਦੇ, ਬਿਨਾਂ ਕਿਸੇ ਲਾਇਸੈਂਸ ਪਲੇਟ ਦੇ ਇੱਕ ਪੂਰਾ ਟਰੱਕ ਜਿਹੜਾ ਆ ਉਹ ਕਿਸਾਨ ਵਲੰਟੀਅਰ ਜਿਹੜੇ ਨੇ ਉਹ ਪੁਲਿਸ ਦੀਆਂ ਵਰਦੀਆਂ ਦਾ ਟਰੱਕ ਜਿਹੜਾ ਆ ਉਹਨੂੰ ਆਪਣੇ ਕਬਜ਼ੇ 'ਚ ਕਰਦੇ ਨੇ। ਔਰ ਉਹ ਵੀ ਟਰੱਕ ਜਿਹੜਾ ਆ ਉਹ ਲੋਕਲ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ। ਰਿਟਨ ਕੰਪਲੇਂਟ ਦਿੱਤੀ ਜਾਂਦੀ ਹੈ, ਅਜੇ ਤੱਕ ਕੋਈ FIR ਉਹਦੀ ਲਿਖੀ ਨਹੀਂ ਗਈ। ਇਹ ਸਾਰੀਆਂ ਚੀਜ਼ਾਂ ਨਾਲ ਇਹ ਸਾਰੀਆਂ ਸੰਕੇਤ ਦੇ ਰਹੀਆਂ ਨੇ ਕਿ 26 ਜਨਵਰੀ ਦਾ ਇਹ ਮਾਰਚ ਬਹੁਤ ਸਾਰੀਆਂ ਏਜੰਸੀਜ਼ ਲਈ, ਬਹੁਤ ਸਾਰੇ ਐਸੇ ਅਨਸਰਾਂ ਲਈ ਔਰ ਹੋ ਸਕਦਾ ਸਰਕਾਰ ਲਈ ਇਹ ਇੱਕ ਪਸੰਦੀਦਾ ਚੀਜ਼ ਨਾ ਹੋਏ, ਕਿਉਂਕਿ ਇਸ ਮਾਰਚ ਵਿੱਚ ਵਾਇਲੈਂਸ ਲਿਆਉਣੀ, ਇਸ ਮਾਰਚ ਵਿੱਚ ਇਨਡਿਸਿਪਲਿਨ ਲਿਆਉਣਾ, ਇਸ ਮਾਰਚ ਵਿੱਚ ਗੜਬੜ ਕਰਨੀ, ਇਹਦੇ ਵਿੱਚ ਹੀ ਏਜੰਸੀਆਂ ਦੀ ਔਰ ਸਰਕਾਰ ਦੀ ਜਿੱਤ ਹੈ। ਔਰ ਅਗਰ ਇਹ ਮਾਰਚ ਸ਼ਾਂਤਮਈ ਤਰੀਕੇ ਨਾਲ ਹੋਇਆ, 1000 ਤੋਂ ਉੱਪਰ ਜਿਹੜੇ ਇੰਟਰਨੈਸ਼ਨਲ ਮੀਡੀਆ ਉੱਥੇ ਪਹੁੰਚ ਚੁੱਕਿਆ ਇਸ ਨੂੰ ਕਵਰ ਕਰਨ ਵਾਸਤੇ, ਅਗਰ ਸਾਰੀ ਵਰਲਡ ਨੇ ਇਹ ਵੇਖ ਲਿਆ ਕਿ ਕਿਸਾਨ ਔਰ ਇੱਕ ਆਮ ਆਦਮੀ ਜਿਹੜਾ ਆ ਉਹ ਇੰਨੀ ਸ਼ਾਂਤੀ ਦੇ ਨਾਲ, ਬਿਨਾਂ ਕਿਸੇ ਵਾਇਲੈਂਸ ਦੇ, ਇੰਨੀ ਵਧੀਆ ਤਰੀਕੇ ਨਾਲ, ਇੰਨੇ ਵਧੀਆ ਡਿਸਿਪਲਿਨ ਦੇ ਨਾਲ ਇੱਕ ਮਾਰਚ ਕਰ ਰਿਹਾ ਹੈ ਆਪਣੇ ਨੈਸ਼ਨਲ ਫਲੈਗ ਦੇ ਨਾਲ, ਤਿਰੰਗੇ ਝੰਡੇ ਦੇ ਨਾਲ, ਤੇ ਉਹ ਸਾਰੇ ਜਿਹੜੇ ਪ੍ਰੋਪੇਗੈਂਡਾ ਹੈ ਪਿਛਲੇ 2 ਮਹੀਨੇ ਦਾ ਜੋ ਮੀਡੀਆ ਨੇ ਕੀਤਾ ਹੈ, ਵੱਖਵਾਦ ਦਾ, ਅੱਤਵਾਦ ਦਾ, ਹੋਰ ਸਾਰੇ ਬਿਆਨਬਾਜ਼ੀ ਹੈ, ਉਹਨੂੰ ਬਹੁਤ ਵੱਡੀ ਕਰਾੜੀ ਚਪੇੜ ਜਿਹੜੀ ਆ ਉਹ ਵੱਜੇਗੀ। ਮੇਰੇ ਹਿਸਾਬ ਨਾਲ ਪੂਰੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਕਿਸਾਨ ਮੋਰਚਾ ਜਿਹੜਾ ਆ ਉਹਦਾ ਜਿਹੜਾ ਮਾਰਚ 26 ਜਨਵਰੀ ਨੂੰ ਹੋਣਾ ਆ, ਉਹਦੇ ਵਿੱਚ ਕੁਛ ਨਾ ਕੁਛ ਐਸੀ ਚੀਜ਼ ਕੀਤੀ ਜਾਏ ਜਿਹਦੇ ਨਾਲ ਬਦਨਾਮੀ ਜਾਂ ਉਂਗਲੀਆਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਉੱਤੇ ਚੁੱਕੀਆਂ ਜਾਣ। ਇੱਥੇ ਹੀ ਆਪਾਂ ਸਾਰੇ ਇਸ ਚੀਜ਼ ਤੋਂ ਵੀ ਵਾਕਫ ਹੋਣੇ ਚਾਹੀਦੇ ਆ ਕਿ ਹਜ਼ਾਰਾਂ ਦੀ ਤਾਦਾਦ 'ਚ ਯੂਥ ਜਿਹੜਾ ਆ ਉਹਨੂੰ ਵਲੰਟੀਅਰ ਬਣਾਇਆ ਗਿਆ। ਇੰਨਾ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕੀਤਾ ਗਿਆ ਹੈ ਇਹ ਮਾਰਚ ਕਿ ਇੱਕ ਲੇਨ ਜਿਹੜੀ ਆ ਪੂਰੀ ਖਾਲੀ ਛੱਡੀ ਜਾਏਗੀ, ਜਿਹਦੇ ਵਿੱਚ ਮੋਬਾਈਲ ਰਿਪੇਅਰ, ਤਾਂ ਕਿ ਕਿਸੇ ਦਾ ਟਰੈਕਟਰ ਟਰਾਲੀ ਅਗਰ ਖਰਾਬ ਹੁੰਦਾ ਹੈ ਤਾਂ ਉਹਦੀ ਰਿਪੇਅਰ ਕੀਤੀ ਜਾਏ। ਵਲੰਟੀਅਰ ਐਂਬੂਲੈਂਸਸ, ਤਾਂ ਕਿ ਰੱਬ ਨਾ ਕਰੇ ਕੋਈ ਵੀ ਮਾਰਚ ਵਿੱਚ ਸ਼ਾਮਿਲ ਕਿਸਾਨ ਅਗਰ ਉਹਦੀ ਕੋਈ ਸਿਹਤ ਦਾ ਕੋਈ ਇਸ਼ੂ ਆਉਂਦਾ ਹੈ ਤਾਂ ਉਹਨੂੰ ਐਂਬੂਲੈਂਸ ਜਿਹੜੀ ਆ ਉਹ ਲੈ ਕੇ ਜਾ ਸਕੇ। ਔਰ ਨਾਲ ਹੀ ਐਸੇ ਆਦੇਸ਼ ਦਿੱਤੇ ਗਏ ਨੇ ਕਿ ਜੋ ਵੀ ਲੋਕ ਉਹਦੇ ਵਿੱਚ ਟਰੈਕਟਰ ਦੇ ਉੱਤੇ ਸ਼ਾਮਿਲ ਨੇ, ਜੋ ਟਰੈਕਟਰ ਚਲਾ ਰਹੇ ਨੇ, ਟਰੈਕਟਰ ਦੇ ਓਨਰ ਨੇ, ਉਹ ਆਪਣੇ ਟਰੈਕਟਰ ਜਾਂ ਟਰਾਲੀ ਦੇ ਵਿੱਚ ਐਸੇ ਕਿਸੇ ਬੰਦੇ ਨੂੰ ਨਾ ਚੜਨ ਦੇਣ ਜਿਹਨੂੰ ਉਹ ਪਰਸਨਲੀ ਨਾ ਜਾਣਦੇ ਹੋਣ। ਹੋਰ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਕਿਸਾਨ ਯੂਨੀਅਨ ਲੀਡਰਸ, ਸਾਰੇ ਆਰਗੇਨਾਈਜ਼ਰ, ਸਾਰੇ ਵੋਲੰਟੀਅਰਸ ਜਿਹੜੇ ਨੇ ਉੱਥੇ ਕਰ ਰਹੇ ਨੇ, ਦਿਨ ਰਾਤ ਸਿਕਿਉਰਿਟੀ ਦੇ ਕੇ, ਆਪਣੀਆਂ ਟਰਾਲੀਆਂ ਦੇ ਉੱਤੇ ਨਜ਼ਰ ਰੱਖ ਕੇ। ਇੱਕ ਤਰ੍ਹਾਂ ਦੀ ਉਹ ਵਾਰ ਜ਼ੋਨ ਬਣਿਆ ਹੋਇਆ ਹੈ, ਜਿੱਥੇ ਕਿ ਪੂਰੀ ਕੋਸ਼ਿਸ਼ ਹਰ ਅਨਸਰ ਦੀ ਇਹ ਹੈ ਕਿ ਇਸ ਮਾਰਚ ਨੂੰ ਫੇਲ ਕੀਤਾ ਜਾਏ। ਉੱਥੇ ਹੀ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਯੰਗ ਹੈ, ਇਸ ਵੇਲੇ ਲੜਾਈ ਹੈ, ਉਹ ਉਹਨਾਂ ਵਲੰਟੀਅਰਸ ਦੇ ਉੱਤੇ ਹੈ ਕਿ ਜਿਹੜੇ ਪੂਰੀ ਕੋਸ਼ਿਸ਼ ਕਰਕੇ ਇਹ ਕੋਸ਼ਿਸ਼ ਕਰ ਰਹੇ ਨੇ, ਪੂਰੀ ਜਾਨ ਲਾ ਕੇ ਕੋਸ਼ਿਸ਼ ਕਰ ਰਹੇ ਨੇ ਕਿ ਉਹ ਇੱਕ ਇਤਿਹਾਸ 26 ਜਨਵਰੀ ਨੂੰ ਰਚ ਦੇਣ, ਤਾਂ ਕਿ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਤੇ ਸਿੱਖ ਕਮਿਊਨਿਟੀ ਜਿਹੜੀ ਹੈ ਉਹਦਾ ਉਹ ਅਕਸ਼ ਜਿਹੜਾ ਬਣਾਇਆ ਗਿਆ ਸੀ ਕਿ ਇਹ ਟੈਰਰਿਸਟ ਨੇ, ਇਹ ਲੜਾਈ ਕਰਦੇ ਨੇ, ਇਹ ਵੱਖਵਾਦੀ ਨੇ, ਉਹ ਅਕਸ਼ ਜਿਹੜਾ ਪੂਰੀ ਇਮੇਜ ਜਿਹੜੀ ਹੈ ਆਲਰੇਡੀ ਜਿਹੜੀ ਆ ਉਹ ਬਹੁਤ ਜ਼ਿਆਦਾ ਬਦਲ ਚੁੱਕੀ ਹੈ। ਮਗਰ 26 ਜਨਵਰੀ ਦੇ ਮਾਰਚ ਤੋਂ ਬਾਅਦ ਇਹ ਪੂਰੀ ਤਰ੍ਹਾਂ ਜਿਹੜੀ ਆ ਇਹ ਬਦਲ ਜਾਏਗੀ, ਜਿੱਥੇ ਕਿ ਹੁਣ ਤੱਕ ਦੁਨੀਆ ਦੇ ਵਿੱਚ ਕਈ ਥਾਵਾਂ ਤੇ ਸਿੱਖਾਂ ਨੂੰ ਇਵੇਂ ਵੇਖਿਆ ਜਾਂਦਾ ਸੀਗਾ ਕਿ ਸ਼ਾਇਦ ਇਹ ਵੱਖਵਾਦੀ ਨੇ, ਉੱਥੇ ਇਹ ਐਸੀ ਉਦਾਹਰਣ ਸੈੱਟ ਕਰਨਗੇ ਕਿ ਅਮਰੀਕਾ ਵਰਗੇ ਪੜ੍ਹੇ ਲਿਖੇ ਕੰਟਰੀ ਦੇ ਵਿੱਚ ਬਲੈਕ ਲਾਈਫ ਮੈਟਰ ਅਗਰ ਮੁਹਿੰਮ ਚੱਲਦੀ ਹੈ ਤੇ
ਕਰੋੜਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਲੁੱਟੀਆਂ ਜਾਂਦੀਆਂ ਨੇ, ਬਰਬਾਦ ਹੁੰਦੀਆਂ ਨੇ, ਜਾਨਾਂ ਜਾਂਦੀਆਂ ਨੇ। ਮਗਰ ਇੱਥੇ 150 ਤੋਂ ਉੱਪਰ ਜਾਨਾਂ ਸ਼ਹੀਦ ਹੋਣ ਦੇ ਬਾਵਜੂਦ ਵੀ ਪੱਤਾ ਤੱਕ ਜਿਹੜਾ ਆ ਉਹ ਨਾ ਤੇ ਪੰਜਾਬੀਆਂ ਨੇ, ਨਾ ਕਿਸਾਨਾਂ ਨੇ, ਨਾ ਹਰਿਆਣੇ ਵਾਲਿਆਂ ਨੇ, ਨਾ ਪੰਜਾਬ ਕਿਸੇ ਵੀ ਇੰਡੀਆ ਦੇ ਕੋਨੇ ਦਾ ਅਗਰ ਉਹ ਕਿਸਾਨ ਹੈ ਜਿਹਨੂੰ ਕਿ ਸਾਰੇ ਅਨਪੜ੍ਹ ਸਮਝਦੇ ਸੀ, ਉਹਨਾਂ ਨੇ ਇੱਕ ਪੱਤੇ ਤੱਕ ਨੂੰ ਡੈਮੇਜ ਨਹੀਂ ਕੀਤਾ। ਲਾਠੀ ਚਾਰਜ ਦੇ ਬਾਅਦ, ਵਾਟਰ ਕੈਨਨ ਦੇ ਬਾਅਦ ਵੀ, ਬੈਰੀਕੇਡ ਦੇ ਬਾਅਦ ਵੀ, ਹਰ ਤਰ੍ਹਾਂ ਦੀ ਤੰਗੀ ਦੇ ਬਾਅਦ ਵੀ ਉਹਨਾਂ ਨੇ ਕੋਈ ਵੀ ਐਸਾ ਐਕਸ਼ਨ ਨਹੀਂ ਲਿਆ ਜੋ ਕਿ ਭੜਕਾਊ ਹੋਏ, ਔਰ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਉੱਥੇ ਆਉਣ ਨਹੀਂ ਦਿੱਤਾ। ਦੋਸਤੋ, ਇਸ ਮੋਰਚੇ ਦੀ ਜਿੱਤ ਹੀ ਇਸ ਕਰਕੇ ਹੈ। ਅਗਰ ਇੱਥੇ ਪੋਲੀਟਿਕਸ ਵੜ ਜਾਂਦੀ, ਜੋ ਐਸੇ ਲੋਕ ਆਪਣੀ ਆਪ ਦੇ ਫਾਇਦੇ ਲਈ ਉੱਥੇ ਪਹੁੰਚਣ ਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ, ਉਹਨਾਂ ਨੂੰ ਉੱਥੇ ਕੋਈ ਜਗ੍ਹਾ ਨਹੀਂ ਮਿਲੀ। ਇਸੇ ਕਰਕੇ ਹੀ ਅੱਜ ਉੱਥੇ ਕੋਈ ਵਿਕਾਊ ਨਹੀਂ ਹੋਇਆ, ਸਰਕਾਰ ਉਹਨਾਂ ਨੂੰ ਖਰੀਦ ਨਹੀਂ ਸਕੀ, ਔਰ ਇੱਕ ਆਮ ਆਦਮੀ ਦੀ ਉੱਥੇ ਜਿੱਤ ਹੋ ਰਹੀ ਹੈ। ਅੱਜ ਸਭ ਤੋਂ ਵੱਡਾ ਜੋ ਉੱਥੇ ਸਕਸੈਸ ਹੈ ਉਹ ਇਹ ਹੈ ਕਿ ਇੱਕ ਆਮ ਆਦਮੀ ਪੂਰੇ ਦੇਸ਼ ਵਿੱਚ ਆਪਣੇ ਹੱਕਾਂ ਲਈ ਜਾਣੂ ਹੋ ਗਿਆ, ਆਪਣੇ ਹੱਕਾਂ ਲਈ ਲੜਾਈ ਕਰਨ ਲਈ ਤਿਆਰ ਹੈ। ਔਰ ਇਹ ਸਰਕਾਰ ਜਿਹੜੀ ਹੈ ਉਹ ਸਮਝ ਚੁੱਕੀ ਹੈ ਕਿ ਪੂਰੇ ਦੇਸ਼ ਵਿੱਚ ਅਲੱਗ-ਅਲੱਗ ਥਾਵਾਂ ਤੇ, ਡਿਸਟ੍ਰਿਕਟ ਲੈਵਲ ਦੇ ਉੱਤੇ, ਸਟੇਟ ਕੈਪੀਟਲਸ ਦੇ ਲੈਵਲ ਦੇ ਉੱਤੇ ਹਰ ਤਰ੍ਹਾਂ ਆਮ ਆਦਮੀ ਆ ਕੇ ਆਪਣਾ ਹੱਕ ਮੰਗ ਰਿਹਾ। ਔਰ ਨਾਲ ਹੀ ਇੱਥੇ ਜਿਵੇਂ 26 ਜਨਵਰੀ ਦੇ ਵਿੱਚ ਮਾਰਚ ਹੋਣਾ ਹੈ, ਔਰ ਜਦੋਂ ਦਾ ਇਹ ਅਨਾਊਂਸ ਹੋਇਆ ਕਿ ਉੱਥੇ ਤਿਰੰਗੇ ਝੰਡੇ ਦੇ ਨਾਲ ਮਾਰਚ ਹੋਣਾ ਆ, ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੋਕ ਜਿਹੜੇ ਆ ਉਹ ਚੁੱਪ ਕਰ ਗਏ ਨੇ, ਜਿਹੜੇ ਕਿ ਪਹਿਲਾਂ ਬਹੁਤ ਐਕਟਿਵ ਸੀਗੇ, ਉਹ ਉੱਥੇ ਚੁੱਪ ਕਰ ਚੁੱਕੇ ਨੇ। ਜਿਹੜੇ ਪਹਿਲਾਂ ਸ਼ਾਇਦ ਰੈਲੀਆਂ ਦੇ ਵਿੱਚ ਵੀ ਬਹੁਤ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਸੀ, ਕਿਉਂਕਿ ਉਹ ਆਪਣਾ ਫਾਇਦਾ ਉਹਦੇ 'ਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ, ਵੱਖਵਾਦ ਦੀ ਗੱਲ ਕਰ ਰਹੇ ਸੀ, ਐਂਟੀ ਨੈਸ਼ਨਲ ਗੱਲਾਂ ਕਰਦੇ ਸੀਗੇ। ਮਗਰ ਇਸ 26 ਜਨਵਰੀ ਦੀ ਮਾਰਚ ਨੇ ਜੋ ਐਸਾ ਸੰਕੇਤ ਦਿੱਤਾ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ, ਤਿਰੰਗੇ ਝੰਡੇ ਦੇ ਨਾਲ, ਕੋਈ ਵਾਧੂ ਸਲੋਗਨ ਨਹੀਂ, ਕੋਈ ਉੱਥੇ ਨਾਅਰਾਬਾਜ਼ੀ ਨਹੀਂ, ਨਾਅਰੇ ਉਹੀ ਬੋਲੇ ਜਾਣਗੇ ਜੋ ਕਿ ਕਿਸਾਨ ਯੂਨੀਅਨ ਨੇ ਡਿਸਾਈਡ ਕੀਤੇ ਨੇ। ਉਹੀ ਨਾਅਰੇ ਬੋਲਦੇ ਹੋਏ ਇਹ 100 ਕਿਲੋਮੀਟਰ ਦਾ 3 ਲੱਖ ਪਲੱਸ ਜਿਹੜਾ ਟਰੈਕਟਰ ਉੱਥੇ ਅੱਜ ਆ ਚੁੱਕਿਆ, ਉਹਦਾ ਵੱਡਾ ਇੱਕ ਇਤਿਹਾਸਕ ਮਾਰਚ। ਇਹਨੇ ਸਿਰਫ ਇਹੀ ਸੰਕੇਤ ਜਿਹੜਾ ਆ ਗੌਰਮੈਂਟ ਨੂੰ ਨਹੀਂ ਦਿੱਤਾ, ਇਹ ਸੰਕੇਤ ਜਿਹੜਾ ਆ ਸਾਰੀ ਦੁਨੀਆ ਨੂੰ ਦੇ ਦਿੱਤਾ ਕਿ ਵੱਖਵਾਦ ਦੀ ਉੱਥੇ ਕੋਈ ਜਗ੍ਹਾ ਨਹੀਂ, ਕੌਨਸਟੀਟਿਊਸ਼ਨਲ ਤਰੀਕੇ ਦੇ ਨਾਲ ਹੀ ਜਿੱਤ ਹੋਏਗੀ। ਔਰ ਅੱਜ ਇਸੇ ਕਰਕੇ ਹੀ ਸਰਕਾਰ ਜਿਹੜੀ ਹੈ ਉਹ ਬੈਕਫੁੱਟ ਤੇ ਜਾਂਦੀ ਨਜ਼ਰ ਆ ਰਹੀ ਹੈ। 2 ਸਾਲ ਆਪਣੇ ਕਾਨੂੰਨ ਬਣਾਏ ਹੋਏ ਐਮਰਜੈਂਸੀ ਦੇ ਵਿੱਚ ਉਹਨਾਂ ਨੂੰ ਡਿਲੇ ਕਰਨ ਨੂੰ ਵੀ ਤਿਆਰ ਹੈ, ਔਰ ਸੁਪਰੀਮ ਕੋਰਟ ਤੱਕ ਨੂੰ ਇਨਵੋਲਵ ਕਰਕੇ ਆਪਣੀ ਇੱਜ਼ਤ ਬਚਾਉਣ ਦੇ ਉਹਨਾਂ ਨੂੰ ਸਾਰੇ ਪਾਲੇ ਪਏ ਹੋਏ ਨੇ। ਮਗਰ ਕਿਸਾਨ ਯੂਨੀਅਨਸ, ਕਿਸਾਨ ਸਾਰੇ ਦੇਸ਼ ਦਾ ਇੱਕ ਹੀ ਆਵਾਜ਼ ਉੱਤੇ ਅਟੱਲ ਹੈ ਕਿ ਤਿੰਨੇ ਦੇ ਤਿੰਨੇ ਕਾਨੂੰਨ ਜਿਹੜੇ ਨੇ ਇਹ ਵਾਪਸ ਲਏ ਜਾਣ, ਔਰ MSP ਜਿਹੜੀ ਆ ਉਹਦਾ ਕਾਨੂੰਨ ਬਣਾਇਆ ਜਾਏ, ਔਰ ਸਵਾਮੀਨਾਥਨ ਰਿਪੋਰਟ ਜਿਹੜੀ ਆ ਉਹਨੂੰ ਲਾਗੂ ਕੀਤਾ ਜਾਏ। ਸੋ ਇਸ ਕਰਕੇ 26 ਜਨਵਰੀ ਦਾ ਇਹ ਮਾਰਚ ਸਿਰਫ ਦਿੱਲੀ ਵਿੱਚ ਇੰਪੋਰਟੈਂਟ ਨਹੀਂ ਹੈ, ਇਹ ਕੈਨੇਡਾ ਵਿੱਚ ਵੀ ਉਨਾ ਹੀ ਇੰਪੋਰਟੈਂਟ ਹੈ। ਇੱਥੇ ਵੀ ਇਹਦੀ ਪੋਜ਼ਿਟਿਵ ਜਿਹੜਾ ਅਸਰ ਹੈ ਉਹ ਵੇਖਣ ਨੂੰ ਮਿਲੇਗਾ। ਕੋਈ ਵੀ ਅਗਰ ਕਿਸਾਨੀ ਦੇ ਨਾਲ, ਖੇਤੀਬਾੜੀ ਨਾਲ ਸੰਬੰਧਿਤ ਹੈ, ਕੋਈ ਵੀ ਅਗਰ ਪੰਜਾਬ ਨਾਲ ਸੰਬੰਧਿਤ ਹੈ, ਕੋਈ ਵੀ ਅਗਰ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਹੈ, ਤਾਂ ਉਹਨੂੰ ਉਦਾਹਰਣ ਜਿਹੜੀ ਆ ਉਹ ਇਹ ਸੈੱਟ ਕਰਨੀ ਪਏਗੀ ਜੋ ਉੱਥੇ ਸਾਡੇ ਲੀਡਰਸ ਜਿਹੜੇ ਨੇ ਉਹ ਸੈੱਟ ਕਰ ਰਹੇ ਨੇ। ਸਾਡਾ ਡਿਵੀਜ਼ਨ ਜਿਹੜੀ ਆ ਧਰਮ ਦੇ ਨਾਂ ਤੇ ਵਿੱਚ ਜੋ ਪਿਛਲੇ ਕੁਝ ਸਾਲਾਂ ਤੋਂ ਵਧੀ, ਉਹਨੂੰ ਵੀ ਇਸ ਚੀਜ਼ ਦੀ ਜਿਹੜੀ ਆ ਸ਼ਾਇਦ ਪੋਜ਼ਿਟਿਵ ਜਿਹੜਾ ਇਫੈਕਟ ਮਿਲੇਗਾ, ਕਿਉਂਕਿ ਅੱਜ ਦਾ ਯੂਥ ਕੈਨੇਡਾ ਦਾ, ਸਾਡੀਆਂ ਕਮਿਊਨਿਟੀ ਦਾ ਖਾਸ ਤੌਰ 'ਤੇ ਬੱਚਾ, ਜੋ ਸ਼ਾਇਦ ਉਹਨੇ ਕਦੀ ਜ਼ਿੰਦਗੀ 'ਚ ਐਡੀ ਵਧੀਆ ਐਗਜ਼ਾਮਪਲ ਜਿੱਥੇ ਸਾਰੇ ਸਿੱਖ, ਹਿੰਦੂ, ਸਾਰੇ ਧਰਮਾਂ ਦੇ ਲੋਕ ਇੱਕ ਮੁੱਦੇ ਦੇ ਉੱਤੇ ਬੈਠੇ ਇਕੱਠੇ ਔਰ ਆਪਣੀਆਂ ਕੁਰਬਾਨੀਆਂ ਦੇ ਰਹੇ ਨੇ, ਇਹ ਉਦਾਹਰਣ ਸ਼ਾਇਦ ਸਾਡੀ ਜਨਰੇਸ਼ਨ ਵਿੱਚ, ਸਾਡੀ ਆਉਣ ਵਾਲੀਆਂ ਜਨਰੇਸ਼ਨ ਵਿੱਚ ਇਹ ਕਦੀ ਵੀ ਪਿਛਲੇ 70 ਸਾਲ 'ਚ ਸਾਨੂੰ ਵੇਖਣ ਨੂੰ ਮਿਲੀ ਨਹੀਂ। ਅੱਜ ਸਾਨੂੰ
ਇੱਕ ਐਸੀ ਉਦਾਹਰਣ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਇੱਕ ਆਮ ਆਦਮੀ ਜਿਹੜਾ ਆ ਧਰਮ ਛੱਡ ਕੇ, ਪੋਲੀਟੀਕਲ ਵੈਲਿਊਜ਼ ਛੱਡ ਕੇ ਇੱਕ ਸਿਰਫ ਆਪਣੇ ਹੱਕ ਦੀ ਲੜਾਈ ਵਾਸਤੇ ਇਕੱਠਾ ਹੋਇਆ। ਔਰ ਇਹ ਚੀਜ਼ਾਂ ਜਦੋਂ ਇਤਿਹਾਸ ਵਿੱਚ ਜਾਣਗੀਆਂ, ਔਰ ਜੋ ਅੱਜ ਸਾਰੇ ਸੋਸ਼ਲ ਮੀਡੀਆ ਦੇ ਥਰੂ ਸਾਡੇ ਬੱਚੇ ਜਿਹੜੇ ਆ ਉਹਨਾਂ ਚੀਜ਼ਾਂ ਨੂੰ ਵੇਖ ਰਹੇ ਨੇ, ਉਹਨਾਂ ਨੂੰ ਡੈਫੀਨੇਟਲੀ ਜਿਹੜਾ ਆ ਬੜਾ ਪੋਜ਼ਿਟਿਵ ਜਿਹੜਾ ਇਸ ਚੀਜ਼ ਦਾ ਅਸਰ ਹੋਏਗਾ ਕਿ ਅਗਰ ਉੱਥੇ ਬੈਠੇ ਲੋਕ 150 ਸ਼ਹੀਦੀਆਂ ਦੇ ਬਾਵਜੂਦ, ਇੰਨੇ ਤਸੀਹੇ ਦੇ ਬਾਵਜੂਦ, ਇੰਨੇ ਮੌਸਮ ਦੀ ਖਰਾਬੀ ਦੇ ਬਾਵਜੂਦ ਪੀਸਫੁਲ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਮਨਵਾ ਸਕਦੇ ਨੇ, ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਮਨਵਾ ਸਕਦੇ ਨੇ, ਤੇ ਸ਼ਾਇਦ ਇਹਦੇ ਨਾਲ ਕੱਲ੍ਹ ਨੂੰ ਕਦੀ ਵੀ ਕੋਈ ਵਾਇਲੈਂਸ ਦੀ ਗੱਲ ਕਰਦਾ, ਕੱਲ੍ਹ ਨੂੰ ਅਗਰ ਕੋਈ ਵੱਖਵਾਦ ਦੀ ਗੱਲ ਕਰਦਾ ਕਿਸੇ ਵੀ ਚੀਜ਼ ਮਨਾਉਣ ਵਾਸਤੇ, ਤੇ ਸ਼ਾਇਦ ਸਾਡਾ ਆਉਣ ਵਾਲਾ ਯੂਥ ਉਹਨੂੰ ਇਨਕਾਰੇਗਾ। ਅਸੀਂ ਉਹਨੂੰ ਇਨਕਾਰਾਂਗੇ। ਔਰ ਉਹਦੀ ਲਾਈਵ ਉਦਾਹਰਣ ਅਸੀਂ ਵੇਖ ਚੁੱਕੇ ਹਾਂ ਕਿ ਨਿਊਯਾਰਕ ਤੇ ਬੈਠੇ ਹੋਏ ਕਿਸੇ ਬੰਦੇ ਨੇ ਅਗਰ ਐਸਾ ਹੁਕਮ ਪਾਸ ਕੀਤਾ, ਇੰਨੇ $1000 ਦਾ ਲਾਲਚ ਵੀ ਦਿੱਤਾ, ਔਰ ਅਗਰ ਸਭ ਤੋਂ ਜ਼ਿਆਦਾ ਅਗਰ ਪ੍ਰਤੀਕਿਰਿਆ ਉਸ ਬਿਆਨ ਦੇ ਅਗੇਂਸਟ ਹੋਈ ਤੇ ਉਹ ਸਿੱਖ ਭਾਈਚਾਰੇ ਵੱਲੋਂ ਹੋਈ ਹੈ। ਉਹ ਵੀ ਉਸ ਭਾਈਚਾਰੇ ਵੱਲੋਂ ਜੋ ਦੇਸ਼ ਤੋਂ ਬਾਹਰ, ਇੰਡੀਆ ਤੋਂ ਬਾਹਰ ਬੈਠਾ ਹੋਇਆ ਹੈ, ਉਸੇ ਨੇ ਹੀ ਉਸ ਬਿਆਨ ਨੂੰ ਸਭ ਤੋਂ ਜ਼ਿਆਦਾ ਨਕਾਰਿਆ ਹੈ। ਇੱਥੋਂ ਬਹੁਤ ਕਲੀਅਰ ਸੰਕੇਤ ਮਿਲਦਾ ਹੈ ਕਿ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰਾ ਉਹ ਵੱਖਵਾਦ ਵਿੱਚ ਬਿਲੀਵ ਨਹੀਂ ਕਰਦਾ। ਔਰ ਉਹਦੀ ਲਾਈਵ ਉਦਾਹਰਣ ਜਿਹੜੀ ਹੈ ਉਹ ਸਾਨੂੰ ਬਹੁਤ ਕਲੀਅਰਲੀ ਮਿਲਦੀ ਹੈ ਕਿ ਹਰਿਆਣੇ ਦੇ ਵਿੱਚ, ਹਰਿਆਣੇ ਦੀ ਪਾਪੂਲੇਸ਼ਨ 1.45%, 1.45% ਹੋਣ ਦੇ ਬਾਵਜੂਦ ਦੇਸ਼ ਦੀ, ਉੱਥੇ 10% ਲੋਕ ਜਿਹੜੇ ਆ ਉਹ ਭਾਰਤੀ ਸੈਨਾ ਦੇ ਵਿੱਚ ਭਰਤੀ ਹੁੰਦੇ ਨੇ। ਆਲਮੋਸਟ ਪਾਪੂਲੇਸ਼ਨ ਦੇ ਹਿਸਾਬ ਨਾਲ ਉਹਨਾਂ ਦੀ 600% ਤੋਂ ਉੱਪਰ ਜਿਹੜੀ ਆ ਕੰਟਰੀਬਿਊਸ਼ਨ ਜਿਹੜੀ ਆ ਉਹ ਦੇਸ਼ ਦੀ ਸੈਨਾ ਲਈ ਹੈ। ਉੱਥੋਂ ਦਾ ਕਿਸਾਨ ਵੀ ਇਸ ਮੂਵਮੈਂਟ ਵਿੱਚ ਹੈ। ਤਕਰੀਬਨ ਪੰਜਾਬ ਦੀ ਪਾਪੂਲੇਸ਼ਨ 2.5% ਹੋਣ ਦੇ ਬਾਵਜੂਦ 9% ਤੋਂ ਵੱਧ ਪਾਪੂਲੇਸ਼ਨ ਜਿਹੜੀ ਆ ਉਹ ਫੌਜ ਭੇਜਦੀ ਹੈ। ਸਾਡੀ ਕੰਟਰੀਬਿਊਸ਼ਨ ਜਿਹੜੀ ਹੈ ਪੰਜਾਬ ਦੀ ਵੀ ਦੇਸ਼ ਦੀ ਸੈਨਾ ਵਾਸਤੇ ਉਹ 300% ਤੋਂ ਉੱਪਰ ਕੰਟਰੀਬਿਊਸ਼ਨ ਬਣਦੀ ਹੈ। ਇਹ ਬਹੁਤ ਵੱਡਾ ਸੰਕੇਤ ਹੈ ਕਿ ਅੱਜ ਵੀ ਅਗਰ ਉੱਥੇ ਲੀਡ ਕਰ ਰਹੇ ਨੇ ਤੇ ਉਹ ਪੰਜਾਬ ਔਰ ਹਰਿਆਣੇ ਦੇ ਕਿਸਾਨ ਜਿਹੜੇ ਆ ਉਹ ਲੀਡ ਕਰ ਰਹੇ ਨੇ। ਅੱਜ ਵੀ ਉਹ ਨੈਸ਼ਨਲਿਸਟ ਹੋਣ ਦੀ ਪੂਰੀ ਐਗਜ਼ਾਮਪਲ ਸੈੱਟ ਕਰ ਰਹੇ ਨੇ ਔਰ ਤਿਰੰਗੇ ਝੰਡੇ ਦੀ ਇੱਜ਼ਤ ਦੇ ਪਿੱਛੇ ਉਹ ਉੱਥੇ ਮਾਰਚ ਕਰ ਰਹੇ ਨੇ। ਔਰ ਅਗਰ ਦੇਸ਼ ਦੀ ਸੈਨਾ ਦੀ ਗੱਲ ਕੀਤੀ ਜਾਏ, ਦੇਸ਼ ਦੇ ਬਾਰਡਰਾਂ ਦੀ ਗੱਲ ਕੀਤੀ ਜਾਏ, ਤਾਂ ਉੱਥੇ ਵੀ ਅੱਜ ਉਹ ਸਾਰੇ ਕੰਟਰੀ ਤੋਂ ਵੱਧ ਲੀਡ ਕਰ ਰਹੇ ਨੇ, ਆਪਣੇ ਬੱਚੇ ਭੇਜ ਕੇ, ਆਪਣੀਆਂ ਕੁਰਬਾਨੀਆਂ ਦੇ ਕੇ। ਇਸ ਕਰਕੇ ਜਦੋਂ ਸਰਕਾਰ ਦਾ ਮਾਧਿਅਮ ਤੋਂ ਜਾਂ ਮੀਡੀਆ ਜਾਂ ਸਰਕਾਰ ਜਿਹੜੀ ਆ ਇਹਨਾਂ ਲੋਕਾਂ ਨੂੰ ਜਾਂ ਕੁਝ ਐਸੇ ਐਮਪੀਜ਼ ਜਿਹੜੇ ਇਹ ਬਿਆਨ ਦਿੰਦੇ ਨੇ ਕਿ ਇਹ ਲੋਕ ਜਿਹੜੇ ਨੇ ਇਹ ਵੱਖਵਾਦੀ ਨੇ, ਇਹ ਲੋਕ ਅੱਤਵਾਦੀ ਨੇ, ਉਦੋਂ ਸ਼ਾਇਦ ਉਹਨਾਂ ਨੂੰ ਇਤਿਹਾਸ ਭੁੱਲ ਜਾਂਦਾ, ਸ਼ਾਇਦ ਫੈਕਟਸ ਐਂਡ ਫਿਗਰਸ ਭੁੱਲ ਜਾਂਦੀਆਂ ਨੇ ਕਿ ਇਹ ਲੋਕ ਉੱਥੇ ਜਿਹੜੇ ਬੈਠੇ ਨੇ ਉਹ ਵੀ ਸਾਰੇ ਦੇਸ਼ ਤੋਂ ਵੱਡੇ ਨੈਸ਼ਨਲਿਸਟ ਨੇ ਔਰ ਉਹਨਾਂ ਦੇ ਬੱਚੇ ਜੋ ਬਾਰਡਰਾਂ 'ਤੇ ਬੈਠੇ ਨੇ ਉਹ ਵੀ ਕੰਟਰੀ ਦੇ ਵਿੱਚ ਨੰਬਰ 1 ਔਰ ਨੰਬਰ 2 ਕੰਟਰੀਬਿਊਸ਼ਨ ਦੇ ਰਹੇ ਨੇ ਦੇਸ਼ ਦੀ ਰੱਖਿਆ ਕਰਨ ਵਾਸਤੇ। ਤੇ ਇਸ ਕਰਕੇ ਪੰਜਾਬੀਆਂ ਨੂੰ, ਸਿੱਖ ਭਾਈਚਾਰੇ ਨੂੰ, ਨਾਰਥ ਇੰਡੀਆ ਦੇ ਜਿਹੜੇ ਹਰਿਆਣੇ ਦੇ ਸਾਡੇ ਭਰਾ ਨੇ, ਉਹਨਾਂ ਨੂੰ ਕੋਈ ਐਗਜ਼ਾਮਪਲ ਸੈੱਟ ਕਰਨ ਦੀ ਲੋੜ ਨਹੀਂ ਕਿ ਉਹ ਕਿੰਨੇ ਵੱਡੇ ਰਾਸ਼ਟਰਵਾਦੀ ਨੇ, ਕਿੰਨੇ ਵੱਡੇ ਨੈਸ਼ਨਲਿਸਟ ਨੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ 26 ਜਨਵਰੀ ਦਾ ਮਾਰਚ ਜਿਹੜਾ ਆ ਉਹਨੂੰ ਕਾਮਯਾਬ ਅਗਰ ਅਸੀਂ ਬਣਾਉਣਾ ਆ ਤੇ ਸਾਨੂੰ ਨਾ ਤੇ ਭੜਕਾਊ ਭਾਸ਼ਣ ਜਿਹੜੇ ਆ ਉਹ ਕਹਿਣੇ ਚਾਹੀਦੇ ਆ, ਨਾ ਸਾਨੂੰ ਐਸੇ ਗੀਤ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਹਵਾ ਦੇਣੀ ਚਾਹੀਦੀ ਹੈ ਜੋ ਬਦਲਿਆਂ ਦੀ ਗੱਲ ਕਰਦੇ ਨੇ ਔਰ ਦਿੱਲੀ ਦੀ ਗੱਲ ਕਰਦੇ ਨੇ ਜਾਂ ਐਸੀਆਂ ਚੀਜ਼ਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹਦੇ ਸਾਡੇ ਇਮੋਸ਼ਨ ਜਿਹੜੇ ਆ ਉਹਨਾਂ ਨਾਲ ਖੇਡ ਕੇ ਉਹ ਆਪਣੇ ਪੈਸੇ ਬਣਾ ਰਹੇ ਨੇ। ਨਾਲ ਹੀ ਇੱਥੇ ਮੈਂ ਇਹ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ
ਕਿ 26 ਜਨਵਰੀ ਦੀ ਪਰੇਡ ਦੀ ਕਾਮਯਾਬੀ ਜਿਹੜੀ ਹੈ ਉਹਦੇ ਬਾਅਦ ਸਰਕਾਰ ਲਈ ਸਭ ਤੋਂ ਵੱਡਾ ਚੈਲੰਜ ਜਿਹੜਾ ਹੋਏਗਾ ਉਹ ਹੋਏਗਾ 29 ਜਨਵਰੀ। 29 ਜਨਵਰੀ ਨੂੰ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਆ ਉਹ ਸ਼ੁਰੂ ਹੋਣਾ ਹੈ। ਵਿੰਟਰ ਵਾਲਾ ਸੈਸ਼ਨ ਜਿਹੜਾ ਆ ਦਸੰਬਰ ਵਾਲਾ ਨਵੰਬਰ ਵਾਲਾ ਉਹ ਸਰਕਾਰ ਨੇ ਨਹੀਂ ਕੀਤਾ, ਕੋਵਿਡ ਦਾ ਇੱਕ ਐਸਾ ਬਹਾਨਾ ਸੀ। ਮਗਰ 29 ਜਨਵਰੀ ਨੂੰ ਪਾਰਲੀਮੈਂਟ ਜਿਹੜੀ ਆ ਉਹ ਵਾਪਸ ਸੈਸ਼ਨ 'ਚ ਆਏਗੀ ਔਰ ਬਹੁਤ ਵੱਡਾ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਹਰ ਕਿਸਾਨ ਜੋ ਉੱਥੇ ਬੈਠਾ ਹੈ, ਹਰ ਕਿਸਾਨ ਜੋ ਕਿਸਾਨ ਮੋਰਚੇ ਨਾਲ ਸੰਬੰਧਿਤ ਹੈ, ਉਹਨਾਂ ਨੇ ਚੇਤਾਵਨੀ ਦਿੱਤੀ ਹੈ ਉਸ ਹਰ ਮੈਂਬਰ ਪਾਰਲੀਮੈਂਟ ਨੂੰ ਜੋ ਪਾਰਲੀਮੈਂਟ ਵਿੱਚ ਜਾਏਗਾ ਕਿ ਖਬਰਦਾਰ ਅਗਰ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਇਹਨਾਂ ਦੇ ਕਿਸਾਨਾਂ ਦੇ ਅਗੇਂਸਟ ਉੱਥੇ ਬਿਆਨਬਾਜ਼ੀ ਕੀਤੀ ਤਾਂ ਉਹਦੇ ਹਲਕੇ 'ਚ ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਦੋਸਤੋ, ਇਹ ਵੀ ਸਾਨੂੰ ਬਹੁਤ ਵੱਡੀ ਇੱਕ ਸਿੱਖਿਆ ਦਿੰਦੀ ਹੈ ਜਿਹਨੂੰ ਕਹਿੰਦੇ ਆ ਅਕਾਊਂਟੇਬਿਲਟੀ। ਉੱਥੇ ਬੈਠੇ ਹਰ ਕਿਸਾਨ ਨੇ ਆਪਣੇ ਮੈਂਬਰ ਪਾਰਲੀਮੈਂਟ ਨੂੰ ਚੁਣ ਕੇ ਉੱਥੇ ਭੇਜਿਆ, ਉਹਨਾਂ ਵਾਸਤੇ ਭੇਜਿਆ, ਆਮ ਪਬਲਿਕ ਵਾਸਤੇ ਭੇਜਿਆ ਔਰ ਉੱਥੋਂ ਇਹ ਅਨਾਊਂਸਮੈਂਟ ਕੀਤੀ ਗਈ ਹੈ ਕਿ ਜਿਹੜਾ ਮੈਂਬਰ ਪਾਰਲੀਮੈਂਟ ਵਿੱਚ ਜਿਵੇਂ ਬਿਆਨ ਦੇਵੇਗਾ ਉਹਦੇ ਹਿਸਾਬ ਨਾਲ ਹੀ ਉਹਦੇ ਹਲਕੇ ਦੇ ਵਿੱਚ ਜਿਹੜੇ ਉੱਥੇ ਲੋਕ ਨੇ ਉਹ ਉਹਨੂੰ ਪੁੱਛਣਗੇ, ਉਹਨੂੰ ਸਵਾਲ ਪੁੱਛਣਗੇ, ਉਹਨੂੰ ਕੁਐਸਚਨ ਕੀਤਾ ਜਾਏਗਾ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਕੀ ਇੱਕ ਆਮ ਆਦਮੀ ਨੂੰ ਰਿਪਰੈਜ਼ੈਂਟ ਕੀਤਾ। ਇਹ ਸਿੱਖਿਆ ਜਿਹੜੀ ਹੈ ਇਹ ਸਾਨੂੰ ਇੱਥੇ ਦੇਸ਼ ਤੋਂ ਬਾਹਰ ਬੈਠੇ, ਚਾਹੇ ਅਸੀਂ ਕੈਨੇਡਾ 'ਚ ਹਾਂ, ਚਾਹੇ ਅਮਰੀਕਾ 'ਚ ਹਾਂ, ਸਾਨੂੰ ਇੱਥੇ ਵੀ ਲੈਣੀ ਚਾਹੀਦੀ ਹੈ। ਅਸੀਂ ਚੁਣ ਕੇ ਆਪਣੇ ਮੈਂਬਰ ਪਾਰਲੀਮੈਂਟਸ ਜਾਂ ਪੋਲੀਟੀਸ਼ੀਅਨ ਜਿਹੜੇ ਆ ਉਹਨਾਂ ਨੂੰ ਅਸੀਂ ਭੇਜਦੇ ਹਾਂ ਔਰ ਉਹਦੇ ਬਾਅਦ ਜਿਵੇਂ ਉੱਥੇ ਸਾਨੂੰ ਕਿਸਾਨ ਸਿਖਾ ਰਹੇ ਨੇ ਕਿ ਉਹਨਾਂ ਨੂੰ ਤੁਸੀਂ ਸਵਾਲ ਪੁੱਛੋ, ਉਹਨਾਂ ਨੂੰ ਅਕਾਊਂਟੇਬਲ ਰੱਖੋ ਕਿ ਉਹ ਕੀ ਤੁਹਾਡੇ ਹਿੱਤ ਦੀ ਉੱਥੇ ਗੱਲ ਕਰਦੇ ਨੇ ਜਾਂ ਤੁਹਾਡੇ ਹਿੱਤ ਦੀ ਗੱਲ ਨਹੀਂ ਕਰਦੇ ਔਰ ਉਹਦੇ ਹਿਸਾਬ ਨਾਲ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਆ ਕੀਤੇ ਜਾਣਗੇ। ਇਹ ਇੱਕ ਦੂਸਰਾ ਐਲਾਨ ਜਿਹੜਾ ਆ ਉਹ ਕਿਸਾਨ ਲੀਡਰਸ ਵੱਲੋਂ ਕੀਤਾ ਗਿਆ। ਕਿਸਾਨ ਲੀਡਰਸ ਨੇ ਬੜਾ ਕਲੀਅਰਲੀ ਦੱਸਿਆ ਔਰ ਚੇਤਾਵਨੀ ਦਿੱਤੀ ਹੈ ਸਾਰੇ ਹੀ ਮੈਂਬਰ ਪਾਰਲੀਮੈਂਟਸ ਨੂੰ ਕਿ ਜਦੋਂ ਪਾਰਲੀਮੈਂਟ ਸੈਸ਼ਨ 29 ਜਨਵਰੀ ਨੂੰ ਸ਼ੁਰੂ ਹੋਏਗਾ ਉਹਨਾਂ ਦੇ ਉੱਤੇ ਅੱਖ ਰੱਖੀ ਜਾਏਗੀ ਕਿ ਪਾਰਲੀਮੈਂਟ ਦੇ ਵਿੱਚ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਕੀ ਗੱਲ ਕਰ ਰਹੇ ਨੇ, ਕੀ ਬਿਆਨਬਾਜ਼ੀ ਹੋ ਰਹੀ ਹੈ ਔਰ ਉਹਦੇ ਹਿਸਾਬ ਨਾਲ ਹੀ ਉਹਨਾਂ ਨੂੰ ਆਪਦੇ ਹਲਕੇ ਦੇ ਵਿੱਚ ਆਮ ਬੰਦੇ ਦਾ ਸਵਾਲ ਦਾ ਜਵਾਬ ਦੇਣਾ ਪਏਗਾ। ਇਹ ਅੱਜ ਤੱਕ ਦਾ ਜਿਹੜਾ ਇਹ ਸਫ਼ਰ ਹੈ 2 ਮਹੀਨੇ ਦਾ, ਇਹਨੇ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਲਗਾਤਾਰ ਇਸ ਚੀਜ਼ ਨੂੰ ਪ੍ਰਮੋਟ ਕੀਤਾ ਕਿ ਕਿਸਾਨ ਜਿਹੜੇ ਨੇ ਉਹਨਾਂ ਨੂੰ ਇਹ ਬਿੱਲਾਂ ਦੇ ਫਾਇਦੇ ਜਿਹੜੇ ਆ ਉਹ ਨਜ਼ਰ ਨਹੀਂ ਆ ਰਹੇ, ਕਿਸਾਨ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਹੈ, ਉਹਨਾਂ ਲੋਕਾਂ ਵਾਸਤੇ ਇਹ ਬਹੁਤ ਵੱਡਾ ਸੰਕੇਤ ਹੈ ਕਿ ਸਰਕਾਰ ਆਪ ਮੰਨ ਰਹੀ ਹੈ ਕਿ ਉਹ 2 ਸਾਲ ਇਹਨਾਂ ਕਾਨੂੰਨਾਂ ਨੂੰ ਡਿਲੇ ਕਰਨ ਨੂੰ ਰਾਜ਼ੀ ਹੈ। ਸਾਡੇ ਨਾਲ ਬਹੁਤ ਸਾਰੇ ਕਾਲਰਸ ਜਿਹੜੇ ਆ ਉਹਨਾਂ ਨੇ ਕਾਲ ਕੀਤੀ ਆ, ਅਸੀਂ ਸਮੇਂ ਦੀ ਕਮੀ ਹੋਣ ਕਰਕੇ ਉਹਨਾਂ ਦੀ ਕਾਲ ਜਿਹੜੀਆਂ ਨਹੀਂ ਲੈ ਸਕੇ। ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ 9019। ਨਿੱਜਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੇਡੀਓ ਜ਼ਿੰਦਾਬਾਦ ਤੇ। ਥੈਂਕ ਯੂ ਜੀ, ਥੈਂਕ ਯੂ। ਤੁਹਾਡੇ ਕਮੈਂਟ ਸੁਣਦੇ ਸੀ ਕਾਫੀ ਦੇਰ ਦੇ ਤੇ ਕਾਲ ਕਰਨ ਨੂੰ ਮਨ ਨਹੀਂ ਕਰ ਰਿਹਾ ਸੀ, ਪਰ ਗੱਲਾਂ ਸੇਮ ਹੀ ਹੁੰਦੀਆਂ ਕਈ ਵਾਰੀ। ਪਰ ਤੁਸੀਂ ਬੜੇ ਵਧੀਆ ਗੱਲਾਂ ਬਾਤ ਕਰ ਰਹੇ ਸੀਗੇ, ਸੁਬਹ ਸੁਣ ਰਹੇ ਸੀ ਬੜੇ ਧਿਆਨ ਨਾਲ। ਇਹਦੇ ਵਿੱਚੋਂ ਨਾ ਇੱਕ ਚੀਜ਼ ਮੈਂ ਜਿਹੜੀ ਸੁਣ ਰਿਹਾ ਸੀਗਾ ਕਿ ਜਿਹੜੇ ਆਪਣੇ ਰਾਜੇਵਾਲ ਸਾਹਿਬ ਕਿ ਉਹਨੇ ਬੜੀ ਚੰਗੀ ਗੱਲ ਆਖੀ ਸੀਗੀ। ਉਹ ਕਹਿੰਦੇ ਸੀ ਲੀਡਰਾਂ ਨੂੰ ਆਖਿਆ ਸੀਗਾ ਵੀ ਤੁਸੀਂ ਕਰਮਾਂ ਵਾਲੇ ਹੋ, ਰੱਬ ਨੇ ਤੁਹਾਨੂੰ ਇੱਕ ਕੁਰਸੀ ਬਖਸ਼ੀ ਹੈ, ਠੀਕ ਹੈ ਜੀ। ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੈ, ਤੁਸੀਂ ਕਿੰਨੇ ਲੱਖਾਂ ਕਰੋੜਾਂ ਲੋਕਾਂ ਦਾ ਰਿਪਰੈਜ਼ੈਂਟ ਕਰ ਰਹੇ ਹੋ। ਤੁਹਾਨੂੰ ਜੇ ਰੱਬ ਨੇ ਕੁਰਸੀ ਵਰਤੀ ਹੈ ਨਾ, ਦਿੱਤੀ ਹੈ, ਇਹਦਾ ਤੁਸੀਂ ਕੁਛ ਫਾਇਦਾ ਲਓ, ਚੰਗੇ ਫੈਸਲੇ ਕਰੋ ਕਿ ਲੋਕੀ ਤੁਹਾਨੂੰ ਇਤਿਹਾਸ ਯਾਦ ਰੱਖਣ ਤੇ ਤੁਹਾਡੇ ਕੋਲ ਮੌਕਾ ਹੈਗਾ। ਪਰ ਗੱਲ ਹੈਗੀ ਕੀ ਹੈ, ਮੈਂ ਸਮਝ ਨਹੀਂ ਆ ਰਹੀ ਕਿ ਕਿੰਨੇ ਲੱਖਾਂ ਲੋਕਾਂ ਦੀ ਜ਼ਮੀਰ ਮੈਨੂੰ ਮਰੀ ਕਿਉਂ ਹੈਗੀ ਉੱਥੇ ਇੰਡੀਆ 'ਚ। ਨਿੱਜਰ ਸਾਹਿਬ, ਸ਼ਾਇਦ ਤੁਸੀਂ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸਾਡਾ ਅੱਜ ਪਹਿਲਾ ਜਿਹੜਾ ਪ੍ਰੋਗਰਾਮ ਦਾ ਜਿਵੇਂ ਅਸੀਂ ਆਗਾਜ਼ ਜਿਹੜਾ ਆ ਉਹ ਗਾਣੇ ਜਾਂ ਸ਼ਬਦ ਤੋਂ ਕਰਦੇ ਹਾਂ ਜਿਹਦਾ ਕੋਈ ਇੰਪੋਰਟੈਂਸ ਹੁੰਦੀ ਹੈ, ਅੱਜ ਵਾਲਾ ਪਹਿਲਾ ਗਾਣਾ ਇਹ ਸੀਗਾ ਕਿ ਸਜਨ ਰੇ ਝੂਠ ਮਤ ਬੋਲੋ ਖੁਦਾ ਕੇ ਪਾਸ ਜਾਣਾ ਹੈ। ਸੋ ਗੱਲ ਇਹ ਹੈ ਕਿ ਬਈ ਜਦੋਂ ਉੱਥੇ ਬੈਠੇ ਜਿਹੜੇ ਆ ਸਾਡੇ ਨੁਮਾਇੰਦੇ ਜਿਨ੍ਹਾਂ ਨੂੰ ਉੱਥੇ ਸਾਡੇ ਲੋਕਾਂ ਨੇ, ਆਮ ਬੰਦੇ ਨੇ ਭੇਜਿਆ ਉਹਦੇ ਭਲੇ ਲਈ ਸੋਚਣ ਵਾਸਤੇ,
ਤੇ ਜਦੋਂ ਉਹਨਾਂ ਦੀ ਜ਼ਮੀਰ ਜਿਹੜੀ ਆ ਉਹ 150 ਜਾਨਾਂ ਜਾਣ ਦੇ ਬਾਅਦ ਵੀ ਜਾਗਦੀ ਨਹੀਂ ਹੈ, ਤਾਂ ਇਸੇ ਕਰਕੇ ਹੀ ਅੱਜ ਇਹ ਇਤਿਹਾਸ ਰਚਿਆ ਜਾ ਰਿਹਾ। ਅਗਰ ਉਹ ਜ਼ਮੀਰ ਜਿਹੜੀ ਹੈ ਜਾਗ ਜਾਂਦੀ ਤੇ ਸ਼ਾਇਦ ਇਹ ਇਤਿਹਾਸਕ ਮੌਕਾ ਆਉਂਦਾ ਵੀ ਨਾ। ਨਹੀਂ ਵੀਰ, ਮੈਂ ਇਹ ਗੱਲ ਸੋਚ ਰਿਹਾ ਕਿ ਜਿਸ ਤਰ੍ਹਾਂ ਨਾ ਮੈਂ ਤੁਰੰਤ ਤੋਂ ਪਹਿਲਾਂ ਆਪਣੀ ਗੱਲ ਹੋਈ ਸੀਗੀ ਕਿ ਜੇ ਕਿਤੇ ਅੰਗਰੇਜ਼ਾਂ ਵੇਲੇ ਇਹ ਮੀਡੀਆ ਹੁੰਦਾ ਨਾ ਜੀ ਤੇ ਹਿੰਦੁਸਤਾਨ ਅੱਜ ਆਜ਼ਾਦ ਨਹੀਂ ਹੁੰਦਾ। ਪਹਿਲੀ ਗੱਲ, ਚਲੋ ਆਜ਼ਾਦੀ ਕਿੱਦਾਂ ਦੀ ਆਈ ਉਹ ਅਲੱਗ ਗੱਲ ਹੈ, ਉਹ ਤਾਂ ਬਹਿਸ ਦਾ ਵਿਸ਼ਾ ਹੈਗਾ, ਪਰ ਕਹਿੰਦਾ ਆਪਾਂ ਹਲੇ ਵੀ ਅੰਗਰੇਜ਼ਾਂ ਦੇ ਥੱਲੇ ਹੁੰਦੇ ਚੰਗੇ ਸੀ ਮਾੜੇ ਸੀ ਜੋ ਵੀ ਸੀ ਜੇ ਮੀਡੀਆ ਹੁੰਦਾ ਤਾਂ। ਕਿਉਂਕਿ ਅੱਜ ਇੱਕ ਬੰਦੇ ਨੇ ਬੜੇ ਵਧੀਆ ਵੀਡੀਓ ਸ਼ੇਅਰ ਕੀਤੀ, ਉਹ ਕਹਿੰਦੇ ਵੀ ਜਿਹੜੇ ਬਾਕੀ ਮੀਡੀਆ ਵਾਲੇ ਜਾਂਦੇ ਆ ਨਾ ਲੋਕਾਂ ਨਾਲ ਗੱਲਬਾਤ ਕਰਨ ਵਾਸਤੇ, ਉਹ ਮਾਈਕ ਲੁਕੋ ਲੈ ਕੇ ਜਾਂਦੇ ਆ, ਲੋਕੀ ਉਹਨਾਂ ਨਾਲ ਗੱਲ ਨਹੀਂ ਕਰਦੇ ਗੇ, ਉਹਨਾਂ ਨੂੰ ਮੂੰਹ ਨਹੀਂ ਲਾਉਂਦੇ ਹੈਗੇ। ਤੇ ਉਹ ਕਹਿੰਦੇ ਵੀ ਸੋਚੋ ਉਹਨਾਂ ਬੰਦਿਆਂ ਨੂੰ ਕਿ ਤੁਸੀਂ 5-7 ਹਜ਼ਾਰ ਦੀ ਜੌਬ ਪਿੱਛੇ ਕਿੰਨੀ ਹਿਊਮਿਲੀਏਸ਼ਨ ਲੈ ਰਹੇ ਹੋ ਯਾਰ। ਸਿੱਟੋ ਪ੍ਰੈਤਾ ਦੀ ਪੱਤਰਕਾਰੀ ਨੂੰ, ਆਪਦੀ ਕੰਪਨੀ ਦਾ ਚੁੱਕੋ ਮਾਈਕ ਜੇ ਅਸੀਂ ਕੰਮ ਨਹੀਂ ਕਰਨਾ ਤੁਹਾਡੇ ਨਾਲ। ਜਿਹੜਾ ਕੰਮ ਉਹਨਾਂ ਨੂੰ ਵੀ ਦਿਲੋਂ ਪਤਾ ਗਲਤ ਕਰ ਰਹੇ ਹੈਗੇ ਆ, ਚੋਰੀ ਛਪੋਰੀ ਜਾ ਰਹੇ ਹੈਗੇ ਆ। ਮੈਂ ਤਾਂ ਸੋਚ ਰਿਹਾ ਸੀ ਕਿ ਆਪਣੀ ਜਿਹੜੀ ਨਸਲ ਹੈਗੀ ਹੈ, ਸੌਰੀ ਨਾਟ ਐਵਰੀਬਡੀ ਬਟ ਵੱਡੀ ਜਿਹੜੀ ਤਾਦਾਦ ਲੋਕਾਂ ਦੀ ਮੂਹਰੇ ਲੱਗੀ ਹੋਈ ਹੈ, ਉਹਨਾਂ ਦੇ ਵਿੱਚ ਇਹ ਗੈਰਤ ਕਿਉਂ ਨਹੀਂ ਜਾਗਦੀ ਗੀ? ਜਗਤਾਰ ਜੀ, ਗੱਲ ਇਹ ਹੈ ਕਿ ਮੈਂ ਪ੍ਰੋਗਰਾਮ ਵਿੱਚ ਵੀ ਕਵਰ ਕਰ ਚੁੱਕਿਆ ਕਿ ਵੇਖੋ ਬਹੁਤ ਸਾਰੇ ਲੋਕਾਂ ਨੇ ਜਿਹੜਾ ਆ ਇਸ ਮੋਰਚੇ ਦਾ ਫਾਇਦਾ ਵੀ ਲਿਆ। ਐਸੇ ਗੀਤਕਾਰਾਂ ਨੇ ਵੀ ਲਿਆ, ਸਿੰਗਰਾਂ ਨੇ ਵੀ ਲਿਆ, ਜਿਨ੍ਹਾਂ ਨੇ ਭੜਕਾਊ ਚੀਜ਼ਾਂ ਵੇਚ ਕੇ ਆਪਣੇ ਲੱਖਾਂ ਕਰੋੜਾਂ ਰੁਪਏ ਕਮਾ ਲਏ। ਇਹ ਰਿਵਾਜ ਜਿਹੜਾ ਆ, ਇਹ ਮੌਕਾ ਲੈਣ ਦਾ, ਫਾਇਦਾ ਲੈਣ ਦਾ ਜਿਹੜਾ ਆ, ਇਹ ਕਾਫੀ ਹੈ। ਤੁਸੀਂ ਹੁਣ ਵੀ ਨੋਟ ਕਰ ਚੁੱਕੇ ਹੋ, ਜੋ ਲੋਕ ਆਉਣ ਵਾਲੇ ਸਮੇਂ 'ਚ ਨੋਟ ਕਰਨਗੇ ਕਿ ਕਿੰਨੇ ਲੋਕ ਜਿਹੜੇ ਆ ਉਹ ਸੋਸ਼ਲ ਮੀਡੀਆ ਤੋਂ ਕਿਸਾਨ ਮੋਰਚੇ ਦੇ ਵੱਲ ਦੀ ਜਿਹੜੀ ਅੱਗੇ ਗੱਲ ਕਰਦੇ ਸੀਗੇ ਉਹਦੇ 'ਚੋਂ ਹੁਣ ਗੁਰੇਜ਼ ਕਰ ਰਹੇ ਨੇ, ਹੁਣ ਪਰੇ ਨੂੰ ਭੱਜ ਰਹੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਹਰ ਇੱਕ ਥਾਂ ਤੇ ਨਜ਼ਰ ਆਉਂਦੀਆਂ ਨੇ, ਜਿੱਥੇ ਕਿਸੇ ਨੂੰ ਫਾਇਦਾ ਦਿਖਦਾ ਆਪਣੀ ਜ਼ਮੀਰ ਮਾਰ ਕੇ ਉਹ ਕਰਦਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਲੋਕ ਜਿਹੜੇ ਆ ਉਹ ਪੁੱਛਣਗੇ ਜਦੋਂ ਆਮ ਲੋਕ ਜਿਹੜੇ ਅਕਸਰ ਤੁਹਾਨੂੰ ਮਿਲਦੇ ਨੇ ਕਿ ਉਹ ਬਿਆਨਬਾਜ਼ੀ ਕਰ ਰਹੇ ਨੇ ਬਹੁਤ ਸਾਰੇ ਮੁੱਦਿਆਂ ਤੇ, ਪਰ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਨਹੀਂ ਬਿਆਨਬਾਜ਼ੀ ਕਰ ਰਹੇ, ਨਹੀਂ ਬੋਲ ਰਹੇ, ਨਹੀਂ ਸੋਸ਼ਲ ਮੀਡੀਆ ਤੇ ਲਿਖ ਰਹੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਅੱਜ ਵੀ, ਚਾਹੇ ਉਹ ਕਿਸਾਨ, ਚਾਹੇ ਉਹ ਮੀਡੀਆ ਹੋਏ, ਚਾਹੇ ਅਸੀਂ ਇੱਥੇ ਬੈਠੇ ਹੋਈਏ, ਚਾਹੇ ਅਸੀਂ ਸੋਸ਼ਲ ਮੀਡੀਆ ਤੇ ਜੋ ਕਰ ਰਹੇ ਹਾਂ, ਇਹ ਸਾਰੇ ਥਾਂ ਤੇ ਜ਼ਮੀਰ ਜਿਹੜੀ ਆ ਉਹਦਾ ਸਵਾਲ ਹਮੇਸ਼ਾ ਹੀ ਜਿਹੜਾ ਆ ਉੱਠਦਾ ਰਹਿੰਦਾ। ਕਿਉਂਕਿ ਵੀਰ ਉਹੀ ਗੱਲ ਹੈ, ਜਿਹੜੇ ਲੋਕੀ ਬਿਆਨ ਦਿੰਦੇ ਇਕੱਲੇ ਨਾ, ਹੁਣ ਤੁਸੀਂ ਫੌਜ 'ਚ ਰਹੇ ਹੈਗੇ ਆ, ਤੁਹਾਨੂੰ ਪਤਾ ਕਿ ਤੁਸੀਂ ਕਿੰਨੇ ਵਾਰ ਆਪਣੀ ਲਾਈਫ ਦੇ ਵਿੱਚ ਜਦੋਂ ਘਰੋਂ ਨਿਕਲੇ ਆਪਣੇ ਮਿਸ਼ਨ ਤੇ ਤੁਹਾਨੂੰ ਨਹੀਂ ਪਤਾ ਸੀ ਵੀ ਅੱਜ ਰੁਪਿੰਦਰ ਨੇ ਵਾਪਸ ਆਉਣਾ ਜਾਂ ਨਹੀਂ ਆਉਣਾ ਹੈਗਾ। ਤੇ ਤੁਸੀਂ ਦੇਸ਼ ਦੇ ਗੌਰਵ ਲਈ, ਦੇਸ਼ ਦੇ ਮਾਣ ਲਈ ਤੁਸੀਂ ਸਭ ਕੁਝ ਭੁੱਲ ਕੇ, ਪਰਿਵਾਰ ਛੱਡ ਕੇ ਆਪਣਾ, ਤੇ ਦੇਖੋ ਜ਼ਿੰਦਗੀ ਸਭ ਨੂੰ ਪਿਆਰੀ ਲੱਗਦੀ ਹੈਗੀ ਹੈ, ਤੁਸੀਂ ਵੀ ਫਰੰਟ ਤੇ ਗਏ ਹੈਗੇ ਆ, ਜੋ ਵੀ ਕੰਮ ਕੀਤੇ ਆਪਣੀ ਲਾਈਫ ਦੇ ਵਿੱਚ। ਸੋ ਉਹਦੀ ਜ਼ਮੀਰ ਬੰਦੇ ਦੇਖ ਨਾ ਵੀ ਤੁਸੀਂ ਚਾਹੋ ਤੇ 100 ਬਹਾਨੇ ਕਰ ਸਕਦੇ ਹੁੰਦੇ ਤੁਸੀਂ ਯਾਰ ਵੀ ਮੈਂ ਜਿਹੜੇ ਵੱਡੀ ਗੱਲ ਤੁਸੀਂ ਆਖੀ ਨਾ ਵੀ ਹੁਣੇ ਸਟੈਟਿਸਟਿਕ ਦੇ ਰਹੇ ਸੀ ਕਿਹੜੇ ਬੰਦੇ ਫੌਜ ਜਾਂਦੇ ਹੈਗੇ ਆ। ਦੇਖੋ ਜੀ, ਫੌਜ ਦੇ ਵਿੱਚ ਗਰੀਬ ਦਾ ਬੱਚਾ ਜਾਂਦਾ ਵੈ ਜਾਂ ਉਹਨਾਂ ਦਾ ਬੱਚਾ ਜਿਹੜੇ ਨੈਸ਼ਨਲਿਸਟ ਲੋਕ ਹੈਗੇ ਆ, ਤੇ ਗਰੀਬ ਤੋਂ ਕਹਿੰਦਾ ਮਤਲਬ ਕਿ ਕਿਸਾਨ ਪਰਿਵਾਰ ਤੋਂ ਜ਼ਿਆਦਾ ਬੱਚੇ ਜਿਹੜੇ ਹੈਗੇ ਆ ਉਹ ਫੌਜ 'ਚ ਜਾਂਦੇ ਹੈਗੇ ਆ। ਜਿਨ੍ਹਾਂ ਨੂੰ ਜੰਮਦੇ ਗੱਲੇ ਤੇ ਬਹਿਣਾ ਸਿਖਾਇਆ ਜਾਂਦਾ ਨਾ ਜੀ, ਉਹ ਕਦੇ ਫੌਜ 'ਚ ਨਹੀਂ ਜਾਂਦੇ ਗੇ। ਸੋ ਇਸ ਵੇਲੇ ਕੰਟਰੋਲ ਕਿਹਦੇ ਕੋਲ ਹੈਗਾ? ਦਿਸ ਇਜ਼ ਅ ਗੁੱਡ ਟਾਈਮ ਕਿ ਹੁਣ ਜੇ ਇੰਡੀਆ ਅੱਗੇ ਵਧੇਗਾ ਨਾ, ਤੇ ਮੇਬੀ ਜਿਹੜਾ ਅੰਦੋਲਨ ਹੋਇਆ ਵੈ, ਆਈ ਐਮ ਵੈਰੀ ਪੋਜ਼ਿਟਿਵ ਕਿ ਇਹਦੇ ਬੜੇ ਚੰਗੇ ਪੋਜ਼ਿਟਿਵ ਰਿਜ਼ਲਟ ਨਿਕਲਣ ਦੀ ਉਮੀਦ ਹੈਗੀ ਫਿਊਚਰ ਦੇ ਵਿੱਚ, ਕਿ ਲੋਕਾਂ ਦੇ ਵਿੱਚ ਜਿਹੜੀ ਜਾਗਰਤੀ ਆਈ ਹੈ, ਲੋਕਾਂ ਜਿਹੜੀ ਏਕਤਾ ਬਣੀ ਹੈਗੀ ਹੈ ਨਾ ਜੀ, ਮੈਨੂੰ ਲੱਗ ਰਿਹਾ ਕਿ ਸ਼ਾਇਦ ਕਈ ਵਾਰੀ ਸਿਆਣੇ ਕਹਿੰਦੇ ਨਾ ਵੀ ਜੇ ਕੋਈ ਅੱਗ ਬੁਝੀ ਪਈ ਹੈ ਨਾ, ਉਹਨੂੰ ਬੜੀ ਫੂਕ ਮਾਰੋ ਤੇ ਉਹ ਸੁਲਝਾਈ ਜਾ। ਥੈਂਕ ਯੂ ਜਗਤਾਰ ਜੀ, ਸਾਡੇ ਕੋਲ ਸਮੇਂ ਦੀ ਜਿਹੜੀ ਕਮੀ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ। ਇਸ ਜਿਹੜਾ ਕਿਸਾਨ ਮੋਰਚਾ ਹੈ ਔਰ ਖਾਸ ਤੌਰ ਤੇ 26 ਜਨਵਰੀ ਤੋਂ ਬਾਅਦ ਐਸੀ ਸਪਿਰਿਟ ਜਿਹੜੀ ਹੈ ਜਿੱਥੇ ਕਿ ਧਰਮ ਤੋਂ ਉੱਪਰ ਉੱਠ ਕੇ ਲੋਕ ਪੋਲਿਟਿਕਸ ਤੋਂ ਉੱਤੇ ਉੱਠ ਕੇ ਇੱਕ ਮੁੱਦੇ ਲਈ, ਇੱਕ ਆਮ ਆਦਮੀ ਦੇ ਹੱਕਾਂ ਦੀ ਜਿਹੜੀ ਲੜਾਈ ਆ ਉਹਦੇ ਲਈ ਸਾਰੇ ਇਕੱਠੇ ਹੋਏ ਨੇ। ਇਹ ਇੱਕ ਬੜੀ ਵੱਡੀ ਇੱਕ ਐਸਾ ਪਲੇਟਫਾਰਮ ਸ਼ਾਇਦ ਖਾਸ ਤੌਰ ਤੇ ਭਾਰਤ ਲਈ ਜਿਹੜਾ ਇਹ ਛੱਡ ਕੇ ਜਾਏਗਾ ਇਤਿਹਾਸ ਵਿੱਚ, ਜਿੱਥੇ ਕਿ ਵੱਖਵਾਦ ਜਾਂ ਵਾਇਲੈਂਸ ਜਾਂ ਹੋਰ ਚੀਜ਼ਾਂ ਦੀ ਜਿਹੜੀ ਆ ਸ਼ਾਇਦ ਜਗ੍ਹਾ ਨਾ ਰਹੇ। ਔਰ ਇਹ ਇੱਕ ਲਾਈਵ ਉਦਾਹਰਨ ਦਿੱਤੀ ਜਾਇਆ ਕਰੇਗੀ, ਵਰਲਡ ਦੀਆਂ ਯੂਨੀਵਰਸਿਟੀ ਵਿੱਚ ਪੜ੍ਹਾਇਆ ਜਾਏਗਾ ਕਿ ਤੁਸੀਂ ਕੋਈ ਵੀ ਵੱਡੀ ਤੋਂ ਵੱਡੀ ਸਰਕਾਰ, ਵੱਡੀ ਤੋਂ ਵੱਡੇ ਚੈਲੰਜ ਨੂੰ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਇੱਕ ਸ਼ਾਂਤੀ ਦੇ ਨਾਲ, ਔਰ ਖਾਸ ਤੌਰ ਤੇ ਸਾਡੇ ਸਿੱਖ ਭਾਈਚਾਰੇ ਲਈ ਸਾਡੇ ਗੁਰੂਆਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ, ਤੱਤੀਆਂ ਤਵੀਆਂ ਤੇ ਬੈਠੇ ਆ, ਸੀਸ ਕਟਵਾਏ ਨੇ, ਮਗਰ ਜਿੱਤ ਜਿਹੜੀ ਆ ਉਹ ਹਮੇਸ਼ਾ ਸੱਚ ਦੀ ਹੋਈ ਹੈ। ਅੱਜ ਵੀ ਸਾਨੂੰ ਇਹ ਉਮੀਦ ਹੈ
ਕਿ ਜੋ ਜਿੱਤ ਹੈ ਉਹ ਸੱਚ ਦੀ ਹੋਏਗੀ ਔਰ ਇਹ ਮੋਰਚਾ ਜਿਹੜਾ ਆ ਇਹ ਜਿੱਤ ਵੱਲ ਵੱਧਦਾ ਜਾ ਰਿਹਾ ਹੈ। ਸਰਕਾਰ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ 2 ਸਾਲ ਉਹ ਇਸ ਚੀਜ਼ ਨੂੰ ਡਿਲੇ ਕਰਨ ਨੂੰ ਵੀ ਰਾਜੀ ਹੈ, ਜਿਹਨੂੰ ਕਿਸਾਨਾਂ ਨੇ ਮਨਾ ਕਰਤਾ। ਸਾਡੀ ਸਾਰਿਆਂ ਨੂੰ ਇਹੋ ਰਿਕੁਐਸਟ ਹੈ ਕਿ ਸੱਚ ਦੇ ਨਾਲ ਰਹੋ, ਮੌਕਾ ਪ੍ਰਸਤ ਨਾ ਬਣੋ ਔਰ ਅੱਜ ਵੀ ਕਿਸਾਨਾਂ ਦੇ ਨਾਲ ਉਵੇਂ ਹੀ ਖੜੇ ਹੋ, ਚਾਹੇ ਤੁਸੀਂ ਇੰਡੀਆ 'ਚ ਹੋ, ਚਾਹੇ ਕੈਨੇਡਾ 'ਚ ਹੋ, ਚਾਹੇ ਅਮਰੀਕਾ 'ਚ ਹੋ। ਔਰ ਜੋ ਉਹਨਾਂ ਦੇ ਆਦੇਸ਼ ਨੇ ਤਿਰੰਗੇ ਝੰਡੇ ਦੇ ਨਾਲ ਹੀ ਰਹਿ ਕੇ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਮਾਰਚ ਕਰੋ। ਤੁਸੀਂ ਐਂਟੀ ਨੈਸ਼ਨਲ ਨਹੀਂ, ਤੁਸੀਂ ਨੈਸ਼ਨਲਿਸਟ ਹੋ। ਔਰ ਉਹਨਾਂ ਸਾਰੇ ਹੀ 150 ਪਲੱਸ ਜਿਹੜੇ ਉੱਥੇ ਸ਼ਹੀਦ ਹੋਏ ਨੇ ਉਹਨਾਂ ਨੂੰ ਸਹੀ ਸ਼ਰਧਾਂਜਲੀ ਜਿਹੜੀ ਹੈ ਅਸੀਂ ਦਿੰਦੇ ਹਾਂ ਰੇਡੀਓ ਜ਼ਿੰਦਾਬਾਦ ਤੋਂ, ਕਿ ਅਸੀਂ ਜੋ ਵੀ ਕਿਸਾਨ ਮੋਰਚੇ ਤੋਂ ਉੱਥੋਂ ਹੁਕਮ ਹੋਏਗਾ ਉਹਦੇ ਹਿਸਾਬ ਨਾਲ ਹੀ ਗੱਲ ਕੀਤੀ ਜਾਏਗੀ। ਔਰ ਅੱਜ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ 26 ਜਨਵਰੀ ਦੀ ਪਰੇਡ ਜਿਹੜੀ ਆ ਉਹਦੇ ਵਿੱਚ ਤਿਰੰਗੇ ਝੰਡੇ ਦੀ ਇੱਜ਼ਤ ਵਾਸਤੇ ਉਹ ਮਾਰਚ ਕਰਨਾ। ਰੱਬ ਉਹਨਾਂ ਨੂੰ ਕਾਮਯਾਬੀ ਦੇ। ਔਰ ਰੇਡੀਓ ਜ਼ਿੰਦਾਬਾਦ ਤੋਂ ਅਸੀਂ ਤੁਹਾਡੇ ਤੋਂ ਛੁੱਟੀ ਲੈਂਦੇ ਹਾਂ। ਅਗਲੇ ਐਤਵਾਰ ਫਿਰ ਮਿਲਾਂਗੇ। ਤਬ ਤੱਕ ਰੱਬ ਰਾਖਾ। ਔਰ ਮੂਲ ਸਾਡਾ ਜਿਹੜਾ ਮੋਟਿਵ ਹੈ, ਜੋ ਸਾਡਾ ਰੇਡੀਓ ਜ਼ਿੰਦਾਬਾਦ ਜਿੱਤੇ ਚੱਲਦਾ ਹੈ ਔਰ ਜੋ ਜ਼ਿੰਦਗੀ ਜਿੱਤੇ ਚੱਲੇਗੀ ਉਹ ਹੈ ਦੇਸ਼ ਸ਼ਿਵਾਬਰ ਮੋਹੇ। ਉਹ ਸ਼ਬਦ ਸੁਣਦੇ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ। You are listening to WTOR 7.